वाहिगुरु जी का खालसा वाहिगुरु जी की फतेह। गुरु प्यारी गुरु सवारी साध संगत जी, आप जी जुड़ चुके हो इस सवेर वाली क्लास विच, जिस विच आपां भाई गुरदास जी की 11वीं वार की चर्चा कर रहे हैं। उस 11वीं वार की चर्चा जिस विच भाई गुरदास जी ने सिखां दे नावां का वर्णन किया है। ਜਿਹੜੇ सिख गुरु नानक साहिब, गुरु अंगद देव, गुरु अमरदास, गुरु रामदास, गुरु अर्जन देव जी ते धन गुरु हरगोबिंद साहिब जी तक 6 पातशाहियां तक ਜਿਹੜੇ सिख होए आ, ਉਹਨਾਂ ਦੇ ਨਾਵਾਂ ਦਾ ਵਰਣਨ ਇਸ ਭਾਈ ਗੁਰਦਾਸ ਜੀ ਦੀ 11ਵੀਂ ਵਾਰ ਦੇ ਵਿੱਚ ਕੀਤਾ ਹੋਇਆ ਹੈ, ਜਿਸ ਦਾ ਵਿਸ਼ੇਸ਼ ਤੌਰ ਤੇ ਟੀਕਾ ਭਾਈ ਮਨੀ ਸਿੰਘ ਜੀ ਨੇ ਕੀਤਾ ਹੈ, ਜਿਸ ਨੂੰ ਸਿੱਖਾਂ ਦੀ ਭਗਤਮਾਲਾ ਕਿਹਾ ਜਾਂਦਾ ਹੈ। ਉਹਦੇ ਬਾਰੇ ਆਪਾਂ ਵਿਚਾਰ ਚਰਚਾ ਕਰ ਰਹੇ ਹਾਂ ਕਿ ਕਿਵੇਂ ਸਤਿਗੁਰਾਂ ਦੇ ਹਜ਼ੂਰ ਸਿੱਖ ਆਉਂਦੇ ਆ, ਕੀ ਸਵਾਲ ਸਤਿਗੁਰਾਂ ਨੂੰ ਕਰਦੇ ਆ, ਤੇ ਧੰਨ ਗੁਰੂ ਅਰਜਨ ਦੇਵ ਜੀ ਦੇ ਜਿਹੜੇ ਸਿੱਖ ਹਨ ਉਹਨਾਂ ਦਾ ਵਰਣਨ ਚੱਲ ਰਿਹਾ ਹੈ ਕਿ ਕਿਵੇਂ ਸਤਿਗੁਰੂ ਗੁਰੂ ਅਰਜਨ ਦੇਵ ਜੀ ਉਹਨਾਂ ਸਿੱਖਾਂ ਨੂੰ ਉਪਦੇਸ਼ ਦੇ ਕਰਕੇ ਉਹਨਾਂ ਦਾ ਜੀਵਨ ਜਿਹੜਾ ਹੈ ਉਹ ਸਫਲਾਉਂਦੇ ਆ, ਕਿਵੇਂ ਉਹਨਾਂ ਨੂੰ ਮੁਕਤੀ ਦੀ ਦਾਤ ਪ੍ਰਾਪਤ ਹੁੰਦੀ ਹੈ। ਸੋ ਸਤਿਗੁਰਾਂ ਦਾ ਇਹ ਜੋ ਸਤਿਗੁਰਾਂ ਦੀ ਕਿਰਪਾ ਸਦਕਾ ਇਹ ਸਾਧ ਸੰਗਤ ਜੋ ਵਿਚਾਰ ਹੈ ਆਪਾਂ ਇਹਨੂੰ ਆਰੰਭ ਕਰਨ ਦਾ ਯਤਨ ਕਰਦੇ ਹਾਂ। ਸਤਿਗੁਰੂ ਕਿਰਪਾ ਕਰਨ ਅੱਜ ਆਪਾਂ ਇਸੇ ਹੀ ਵਾਰ ਦੀ ਜਿਹੜੀ ਵਾਹਿਗੁਰੂ ਇਸ ਵਾਰ ਦੀ ਇਹ 26ਵੀਂ ਪੌੜੀ ਜਿਹੜੀ ਹੈ ਉਹ ਆਪਾਂ ਆਰੰਭ ਕਰਨੀ ਹੈ। ਅੱਜ 26ਵੀਂ ਪੌੜੀ ਦੀ ਵਿਚਾਰ ਜਿਹੜੀ ਹੈ ਉਹ ਆਪਾਂ ਅੱਜ ਆਰੰਭ ਕਰਨੀ ਹੈ। 25 ਪੌੜੀਆਂ ਇਸ ਵਾਰ ਦੀਆਂ ਹੋ ਚੁੱਕੀਆਂ। ਇਹ 26ਵੀਂ ਪੌੜੀ ਦੀ ਵਿਚਾਰ ਜਿਹੜੀ ਹੈ ਉਹ ਆਪਾਂ ਹੁਣ ਕਰਨ ਦਾ ਯਤਨ ਕਰਨਾ ਹੈ। ਸਭ ਤੋਂ ਪਹਿਲਾਂ ਹਰ ਰੋਜ਼ ਦੀ ਤਰ੍ਹਾਂ ਆਪਾਂ ਸਾਧ ਸੰਗਤ ਇਸ ਵਾਰ ਦੀ ਜਿਹੜੀ ਹੈ ਅੱਖਰੀ ਅਰਥ ਉਹ ਕਰਕੇ ਉਪਰੰਤ ਆਪਾਂ ਜਿਹੜਾ ਹੈ ਇਸ ਵਾਰ ਦੇ ਜੋ ਭਾਈ ਮਨੀ ਸਿੰਘ ਜੀ ਨੇ ਟੀਕਾ ਕੀਤਾ ਹੈ, ਜਿਸ ਨੂੰ ਸਿੱਖਾਂ ਦੀ ਭਗਤਮਾਲਾ ਕਿਹਾ ਜਾਂਦਾ ਹੈ, ਉਹਦੇ ਬਾਰੇ ਆਪਾਂ ਵਿਚਾਰ ਚਰਚਾ ਕਰਨੀ ਹੈ। ਸੋ ਆਓ ਸਭ ਤੋਂ ਪਹਿਲਾਂ ਆਪਾਂ ਇਸ ਵਾਰ ਦਾ ਜੋ ਆਪ ਜੀ ਦੀ ਸਕਰੀਨ ਤੇ ਹੈ ਇਹਦਾ ਆਪਾਂ ਜਿਹੜਾ ਮੂਲ ਪਾਠ ਉਹ ਕਰ ਲਈਏ, ਉਪਰੰਤ ਆਪਾਂ ਇਹਦੀ ਜਿਹੜੀ ਵਿਚਾਰ ਹੈ ਸ਼ੁਰੂ ਕਰਦੇ ਹਾਂ। ਸੋ ਦੇਸ਼ਾਂਤਰੀ ਸੰਗਤ ਭਾਵ ਪੂਰੇ ਦੇਸ਼ ਦੀ ਸੰਗਤ, ਜੋ ਪੂਰੇ ਦੇਸ਼ ਦੇ ਗੁਰਸਿੱਖ ਹਨ, ਉਹਨਾਂ ਦੇ ਬਾਰੇ ਭਾਈ ਗੁਰਦਾਸ ਜੀ ਨੇ ਲੇਖਣ ਕੀਤਾ ਹੈ ਕਿ ਕਿੱਥੋਂ ਕਿੱਥੋਂ ਦੇ ਰਹਿਣ ਵਾਲੇ ਸੀ ਤੇ ਕਿਵੇਂ ਉਹ ਆਣ ਕੇ ਸਤਿਗੁਰਾਂ ਦੇ ਹਜ਼ੂਰ ਉਹਨਾਂ ਨੇ ਬੇਨਤੀਆਂ ਕੀਤੀਆਂ, ਕਿਵੇਂ ਕਿਵੇਂ ਉਹਨਾਂ ਦੇ ਪਾਰ ਉਤਾਰੇ ਹੋਏ, ਕੀ ਉਹਨਾਂ ਦੀ ਗਾਥਾ ਹੈ। ਉਹ ਭਾਈ ਮਨੀ ਸਿੰਘ ਜੀ ਨੇ ਜੋ ਗਾਥਾ ਦਿੱਤੀ ਹੈ ਉਹਦੇ ਬਾਰੇ ਆਪਾਂ ਜਿਹੜੀ ਵਿਚਾਰ ਹੁਣ ਕਰਨੀ ਹੈ। ਸੋ ਸਾਧ ਸੰਗਤ ਸਭ ਤੋਂ ਪਹਿਲਾਂ ਆਪਾਂ ਇਹਦੇ ਅੱਖਰੀ ਜਿਹੜੇ ਪਾਠ ਉਹ ਕਰਦੇ ਹਾਂ। ਭਾਈ ਗੁਰਦਾਸ ਜੀ ਕਹਿੰਦੇ ਆ, ਭਾਨਾ ਮੱਲਣ ਜਾਣੀਐ ਕਾਬਲ ਰੇਖ ਰਾਓ ਗੁਰ ਭਾਈ, ਮਾਧੋ ਸੋਢੀ ਕਾਸ਼ਮੀਰ ਗੁਰ ਸਿੱਖੀ ਦੀ ਚਾਲ ਚਲਾਈ, ਭਾਈ ਭੀਵਾ ਸ਼ੀਹੀ ਰੰਦ ਰੂਪ ਚੰਦ ਸਨਮੁਖ ਸਤ ਭਾਈ, ਪ੍ਰਤਾਪੂ ਸਿੱਖ ਸੂਰਮਾ ਨੰਦੈ ਵਿਠੜ ਸੇਵ ਕਮਾਈ, ਸਾਮੀ ਦਾਸ ਵਸ਼ੇਰ ਹੈ ਥਾ ਨੇਸਰ ਸੰਗਤ ਬਹਿਲਾਈ, ਗੋਪੀ ਮਹਿਤਾ ਜਾਣੀਐ ਤੀਰਥ ਨੱਥਾ ਗੁਰ ਸਰਨਾਈ, ਭਾਊ ਮੋਕਲ ਆਖੀਐ ਹੈ ਢਿੱਲੀ ਪੰਡਤ ਗੁਰਮਤਿ ਪਾਈ, ਜੀਵੰਦ ਜਗਸੀ ਫਤਿਹ ਪਰ ਸੇਠ ਤਲੋਕੇ ਸੇਵ ਕਮਾਈ, ਸਤਿਗੁਰ ਦੀ ਵੱਡੀ ਵਡਿਆਈ, ਸਤਿਗੁਰ ਦੀ ਵੱਡੀ ਵਡਿਆਈ। ਸੋ ਇਹ ਉਹਨਾਂ ਸਿੱਖਾਂ ਦਾ ਜ਼ਿਕਰ ਹੈ ਜਿਨ੍ਹਾਂ ਦੀ ਆਪਾਂ ਗੱਲਬਾਤ, ਜਿਨ੍ਹਾਂ ਦੀ ਵਿਚਾਰ ਆਪਾਂ ਜਿਹੜੀ ਹੈ ਉਹ ਕਰਨੀ ਹੈ। ਸੋ ਇਹਦੇ ਵਿੱਚ ਜਿੰਨੇ ਵੀ ਸਿੱਖ ਹਨ ਉਹਨਾਂ ਦੀ ਵਿਚਾਰ ਜਿਵੇਂ ਜਿਵੇਂ ਭਾਈ ਮਨੀ ਸਿੰਘ ਜੀ ਨੇ ਕੀਤੀ ਹੈ, ਸਭ ਤੋਂ ਪਹਿਲਾਂ ਆਪਾਂ ਉਹਨਾਂ ਸਿੱਖਾਂ ਦੇ ਬਾਰੇ ਗੱਲ ਕਰ ਲਈਏ, ਫਿਰ ਉਪਰੰਤ ਆਪਾਂ ਜਿਹੜੀ ਗੱਲਬਾਤ ਹੈ ਉਹ ਸ਼ੁਰੂ ਕਰਨੀ ਹੈ ਕਿ ਕਿਵੇਂ ਕਿਵੇਂ ਇਹ ਗੁਰਸਿੱਖ ਜਿਹੜੇ ਹਨ ਉਹ ਸਤਿਗੁਰਾਂ ਦੇ ਹਜ਼ੂਰ ਆਏ ਆ ਤੇ ਕਿਵੇਂ ਕਿਵੇਂ ਇਹਨਾਂ ਨੇ ਆਣ ਕੇ ਸਤਿਗੁਰਾਂ ਦੇ ਹਜ਼ੂਰ ਬੇਨਤੀ ਕੀਤੀ ਹੈ, ਕੀ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਜੀ ਨੇ ਇਹਨਾਂ ਨੂੰ ਕਿਹੜਾ ਕਿਹੜਾ ਉਪਦੇਸ਼ ਦਿੱਤਾ ਹੈ, ਉਹਦੇ ਬਾਰੇ ਆਪਾਂ ਗੱਲਬਾਤ ਕਰਦੇ ਹਾਂ।
ਵਾਹਿ ਹਾਂਜੀ। ਭਾਨਾ ਮੱਲਣ ਜਾਣੀਐ, ਕਾਬਲ ਰੇਖ ਰਾਓ ਗੁਰ ਭਾਈ। ਸਭ ਤੋਂ ਪਹਿਲਾ ਸਿੱਖ ਹੈ ਭਾਨਾ ਮੱਲਣ। ਇਹ ਸਤਿਗੁਰਾਂ ਦੇ ਹਜ਼ੂਰ ਆਇਆ ਹੈ। ਤੇ ਰੇਖ ਰਾਓ ਇਹ ਕਾਬਲ ਦੇ ਹਨ। ਕਾਬਲ ਰੇਖ ਰਾਓ ਗੁਰ ਭਾਈ, ਦੋਵੇਂ ਗੁਰ ਭਾਈ ਭਾਵ ਆਪਸ ਦੇ ਵਿੱਚ ਦੋਸਤ ਮਿੱਤਰ ਹਨ ਤੇ ਸਤਿਗੁਰਾਂ ਦੇ ਜਿਹੜੇ ਸਿੱਖ ਹਨ, ਇਸ ਕਰਕੇ ਆਪਸ ਦੇ ਵਿੱਚ ਇਹ ਗੁਰ ਭਾਈ ਹਨ। ਮਾਧੋ ਸੋਢੀ ਕਸ਼ਮੀਰ ਵਿੱਚ ਜਾ ਕੇ ਇਹਨੇ ਸਿੱਖੀ ਦਾ ਪ੍ਰਚਾਰ ਕੀਤਾ ਹੈ। ਮਾਧੋ ਸੋਢੀ ਨੇ ਕਾਸ਼ਮੀਰ ਗੁਰਸਿੱਖੀ ਦੀ ਚਾਲ ਚਲਾਈ। ਕਸ਼ਮੀਰ ਦੇ ਵਿੱਚ ਇਹਨੇ ਸਿੱਖੀ ਦਾ ਪ੍ਰਚਾਰ ਕੀਤਾ ਹੈ ਭਾਈ ਮਾਧੋ ਸੋਢੀ ਨੇ। ਫਿਰ ਉਸ ਤੋਂ ਬਾਅਦ ਅਗਲੇ ਸਿੱਖ ਹਨ ਭਾਈ ਭੀਵਾ ਤੇ ਰੂਪ ਚੰਦ। ਇਹ ਸਰਹੰਦ ਦੇ ਰਹਿਣ ਵਾਲੇ ਸਿੱਖ ਹਨ। ਸੱਚੇ ਭਾਵ ਦੇ ਨਾਲ ਇਹਨਾਂ ਨੇ ਸਤਿਗੁਰਾਂ ਦੇ ਹਜ਼ੂਰ ਰਹਿ ਕੇ ਕਾਰ ਕਮਾਈ ਹੈ ਤੇ ਜੀਵਨ ਸਫਲਾ ਕੀਤਾ ਹੈ। ਅਗਲੇ ਸਿੱਖ ਹਨ ਪ੍ਰਤਾਪੂ ਬੱਲੀ ਤੇ ਵਿਛੜ ਜਾਤ ਨੇ ਨੰਦ। ਇਹ ਨੰਦ ਤੇ ਪ੍ਰਤਾਪੂ ਇਹ ਦੋਵੇਂ ਸਤਿਗੁਰਾਂ ਦੀ ਸੇਵ ਕਮਾਈ ਇਹਨਾਂ ਨੇ। ਪ੍ਰਤਾਪੂ ਸਿੱਖ ਸੂਰਮਾ ਹੈ ਭਾਵ ਸਿਪਾਹੀ ਹੈ, ਤੇ ਨੰਦਾ ਜਿਹੜਾ ਹੈ ਇਹਨੇ ਵੀ ਸਤਿਗੁਰਾਂ ਦੀ ਜਿਹੜੀ ਹੈ ਉਹ ਘਾਲ ਕਮਾਈ ਕੀਤੀ ਹੈ, ਜੀਵਨ ਸਫਲਾ ਕੀਤਾ ਇਹਨੇ। ਫਿਰ ਸ਼ਾਮੀ ਦਾਸ ਬਸ਼ੇਰ ਜਾਤ ਦਾ ਤੇ ਥਨੇਸਰ ਦੀ ਜਿਹੜੀ ਸੰਗਤ ਹੈ ਉੱਥੇ ਜਾ ਕੇ ਇਹਨੇ ਪ੍ਰਚਾਰ ਕੀਤਾ ਹੈ। ਉੱਥੋਂ ਦੀ ਸੰਗਤ ਦੇ ਵਿੱਚ ਸਿੱਖੀ ਦਾ ਪ੍ਰਚਾਰ ਕੀਤਾ ਹੈ ਭਾਈ ਸਾਮੀ ਦਾਸ ਨੇ। ਫਿਰ ਮਹਿਤਾ ਗੋਪੀ ਤੇ ਨੱਥਾ ਤੇ ਤੀਰਥ ਇਹ ਸਤਿਗੁਰਾਂ ਦੀ ਸ਼ਰਨ ਆ ਕੇ ਬੇਨਤੀ ਕੀਤੀ ਹੈ, ਇਹਨਾਂ ਨੂੰ ਗੁਰਸਿੱਖੀ ਦੀ ਦਾਤ ਪ੍ਰਾਪਤ ਹੋਈ। ਫਿਰ ਭਾਈ ਮੋਕਲ ਤੇ ਭਾਈ ਢਿੱਲੀ ਮੰਡਲ ਇਹ ਦਿੱਲੀ ਸ਼ਹਿਰ ਵਿਖੇ ਇਹਨਾਂ ਨੇ ਗੁਰਮਤਿ ਦਾ ਪ੍ਰਚਾਰ ਕੀਤਾ। ਦਿੱਲੀ ਵਿੱਚ ਦਿੱਲੀ ਦੇ ਸਿੱਖ ਹਨ ਇਹ। ਜੀ ਬੰਦਾ ਤੇ ਜਗਸੀ ਇਹ ਫਤਿਹਪੁਰ ਦੇ ਸਿੱਖ ਆ। ਅਤੇ ਤਲੋਕਾ ਸੇਠ ਇਹਨਾਂ ਨੇ ਸੇਵਾ ਕੀਤੀ ਹੈ ਸਤਿਗੁਰਾਂ ਦੀ। ਸਤਿਗੁਰ ਦੀ ਵੱਡੀ ਵਡਿਆਈ। ਸੋ ਭਾਈ ਗੁਰਦਾਸ ਜੀ ਕਹਿੰਦੇ ਆ ਕਿ ਵੱਡੀ ਵਡਿਆਈ ਹੈ ਸਤਿਗੁਰਾਂ ਦੀ। ਇੰਨੇ ਸਿੱਖ ਉਸ ਦਿਨ ਕਿਹਾ ਸੀ ਪੰਜਾਬੈ ਗੁਰ ਦੀ ਵਡਿਆਈ, ਤੇ ਅੱਜ ਕਹਿ ਰਹੇ ਆ ਕਿ ਸਤਿਗੁਰ ਦੀ ਵੱਡੀ ਵਡਿਆਈ। ਸੋ ਇੱਥੇ ਸਾਨੂੰ ਇਤਿਹਾਸ ਦਾ ਵੀ ਪਤਾ ਲੱਗਦਾ ਹੈ ਕਿ ਹਾਂ ਸਤਿਗੁਰੂ ਗੁਰੂ ਅਰਜਨ ਦੇਵ ਜੀ ਦੇ ਸਮੇਂ ਬਹੁਤ ਦੂਰ ਦੂਰ ਤੱਕ ਸਿੱਖੀ ਦਾ ਫੈਲਾਅ ਹੋ ਚੁੱਕਾ ਸੀ। ਕਾਬਲ ਕੰਧਾਰ ਤੱਕ ਸਿੱਖੀ ਫੈਲ ਚੁੱਕੀ ਸੀ, ਕਸ਼ਮੀਰ ਤੱਕ ਤੇ ਦਿੱਲੀ ਤੱਕ ਜਿਹੜੇ ਸੀ ਬਹੁਤ ਵੱਡੇ ਪੱਧਰ ਦੇ ਉੱਤੇ ਸਿੱਖ ਜਿਹੜੇ ਬਣ ਚੁੱਕੇ ਸਨ। ਸੋ ਉਹਨਾਂ ਸਿੱਖਾਂ ਦੀਆਂ ਕੀ ਸਾਖੀਆਂ ਹਨ, ਕਿਵੇਂ ਉਹਨਾਂ ਨੇ ਸਿੱਖੀ ਦੀ ਜਿਹੜੀ ਕਾਰ ਕਮਾਈ ਹੈ, ਉਹਦੇ ਬਾਰੇ ਆਪਾਂ ਵਿਚਾਰ ਜਿਹੜੀ ਹੈ ਉਹ ਅੱਜ ਇਸ ਕਲਾਸ ਦੇ ਵਿੱਚ ਕਰਨੀ ਹੈ ਕਿ ਕਿਵੇਂ ਦਾ ਇਹਨਾਂ ਗੁਰਸਿੱਖਾਂ ਦਾ ਜੀਵਨ ਸੀ, ਕੀ ਇਹਨਾਂ ਦੀਆਂ ਰਹੁ ਰੀਤਾਂ ਸਨ, ਕਿਵੇਂ ਇਹਨਾਂ ਨੇ ਸਿੱਖੀ ਦੀ ਕਾਰ ਕਮਾਈ, ਉਹਦੇ ਬਾਰੇ ਆਪਾਂ ਵਿਚਾਰ ਚਰਚਾ ਆਰੰਭ ਕਰਨੀ ਹੈ। ਸੋ ਸਭ ਤੋਂ ਪਹਿਲਾਂ ਜਿਹੜਾ ਹੈ ਗੁਰਸਿੱਖ, ਸਭ ਤੋਂ ਪਹਿਲਾ ਸਿੱਖ ਜਿਹੜਾ ਹੈ ਭਾਨਾ ਮੱਲਣ ਤੇ ਰੇਖ ਰਾਓ, ਇਹ ਦੋਵੇਂ ਸਿੱਖ ਸਤਿਗੁਰੂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਿੱਖ ਹਨ ਪਿਆਰੇ। ਇਹ ਕਾਬਲ ਦੇ ਵਿੱਚ ਨੌਕਰੀ ਕਰਦੇ ਸਨ। ਦੋਵੇਂ ਜਾਣੇ ਕਾਬਲ 'ਚ ਨੌਕਰੀ ਕਰਦੇ ਸੀ ਤੇ ਉੱਥੇ ਇਹਨਾਂ ਦੀ ਨੌਕਰੀ ਕੀ ਸੀ, ਮੋਦੀ ਖਾਨਾ ਸੀ ਇਹਨਾਂ ਦੇ ਕੋਲ। ਇਹ ਸਾਰਿਆਂ ਨੂੰ ਰਸਤਾ ਵਸਤਾਂ ਵੰਡਦੇ ਸਨ, ਜਿਹਨੂੰ ਆਪਾਂ ਡੀਪੂ ਕਹਿ ਦਿੰਦੇ ਨਾ, ਉਹ ਮੋਦੀ ਖਾਨਾ ਕਿਹਾ ਜਾਂਦਾ। ਉਸ ਮੋਦੀ ਖਾਨੇ ਦੇ ਵਿੱਚ ਨੌਕਰੀ ਕਰਦੇ ਸਨ, ਸਾਰਿਆਂ ਨੂੰ ਇਹ ਵੰਡਦੇ ਸਨ ਜੋ ਵੀ ਹੁੰਦਾ ਸੀ ਰਸਤ ਪਾਣੀ। ਤੇ 5 ਸਾਲ ਇਹਨਾਂ ਨੂੰ ਨੌਕਰੀ ਕਰਦਿਆਂ ਹੋ ਗਏ ਕਾਬਲ ਦੇ ਵਿੱਚ ਮੋਦੀ ਖਾਨੇ ਦੇ ਵਿੱਚ। 5 ਸਾਲ ਸਾਧ ਸੰਗਤ ਇਹਨਾਂ ਨੇ ਨੌਕਰੀ ਕੀਤੀ ਆ ਤੇ 5 ਸਾਲਾਂ ਬਾਅਦ ਸਰਕਾਰ ਨੇ ਹਿਸਾਬ ਕੀਤਾ, ਕਿਉਂਕਿ ਜਿਵੇਂ ਗੁਰੂ ਨਾਨਕ ਸਾਹਿਬ ਜੀ ਸਨ ਨਾ, ਉਹ ਵੀ ਜੋ ਵੀ ਵੰਡਦੇ ਸਨ ਤੇ ਉਹ ਸਿੱਖਾਂ ਨੂੰ ਜੋ ਉਹਨਾਂ ਦੇ ਸੇਵਕ ਸਨ ਉਹਨਾਂ ਦੇ ਵਿੱਚ ਵਰਤਾ ਕੇ ਵੰਡ ਕੇ ਛਕਦੇ ਸਨ। ਇਸ ਤਰ੍ਹਾਂ ਦੀ ਕਾਰ ਕਰਨ ਲਈ ਸਤਿਗੁਰਾਂ ਨੇ ਇਹਨਾਂ ਨੂੰ ਕਿਹਾ ਸੀ, ਭਾਈ ਭਾਨੇ ਨੂੰ ਤੇ ਭਾਈ ਰੇਖ ਰਾਓ ਨੂੰ, ਕਿ ਭਾਈ ਤੁਸੀਂ ਇਸ ਤਰ੍ਹਾਂ ਜੀਵਨ ਨੂੰ ਜਿਹੜਾ ਜਿਉਣਾ ਆ, ਆਪ ਖਰਚਣਾ ਹੈ ਤੇ ਜਿਹੜੇ ਗੁਰਸਿੱਖ ਆ ਉਹਨਾਂ ਨੂੰ ਵੀ ਖਵਾਲਣਾ ਹੈ। ਤੇ ਜਦੋਂ ਉਹ ਗਰੀਬ ਸਿੱਖਾਂ ਨੂੰ ਖਵਾਇਆ ਕਰਨ ਪ੍ਰਸ਼ਾਦਾ ਪਾਣੀ, ਤੇ ਹੋਰ ਜਿਹੜੇ ਸੀ ਆਸੇ ਪਾਸੇ ਵਾਲੇ ਉਹਨਾਂ ਨੇ ਕਿਹਾ ਕਿ ਇਹ ਤੇ ਉਹਨਾਂ ਈਰਖਾ ਕਰਨ ਲੱਗ ਪਏ ਕਿ ਇਹ ਜਿਹੜੇ 2 ਸਿੱਖ ਆ ਇਹ ਤੇ ਆਪਣੀ ਜਿੰਨੀ ਵੀ ਬਚਤ ਹੁੰਦੀ ਆ ਉਹ ਗਰੀਬਾਂ ਨੂੰ ਖਵਾ ਦਿੰਦੇ ਆ। ਕੀ ਪਤਾ ਇਹਨਾਂ ਕੋਲ ਕਿੰਨਾ ਕੁ ਪੈਸਾ ਹੋਵੇ, ਕੀ ਪਤਾ ਕਿੰਨੀ ਕਿ ਇਹਦੇ ਵਿੱਚ ਆਪਣੇ ਕੰਮ ਦੇ ਵਿੱਚ ਕੁਤਾਹੀ ਕਰਦੇ ਹੋਣ, ਆਪਣੇ ਕੰਮ 'ਚ ਭ੍ਰਿਸ਼ਟ ਹੋਣ। ਕਿਉਂ ਨਾ ਇਹਨਾਂ ਦੀ ਜਿਹੜੀ ਜਾ ਕੇ ਸਰਕਾਰੀ ਦਰਬਾਰੇ ਜਾ ਕੇ ਤੇ ਇਹਨਾਂ ਦੀ ਸ਼ਿਕਾਇਤ ਕਰੀਏ। ਉੱਥੋਂ ਦਾ ਜਿਹੜਾ ਨਵਾਬ ਸੀ ਉਹਦੇ ਕੋਲ ਸ਼ਿਕਾਇਤ ਕੀਤੀ ਇਹਨਾਂ ਦੋਵਾਂ ਦੀ ਕਿ ਭਾਈ ਭਾਨਾ ਮੱਲਣ ਤੇ ਜਿਹੜਾ ਰੇਖ ਰਾਓ ਆ ਉਹ ਮੋਦੀ ਖਾਨੇ ਦੇ ਵਿੱਚ 5 ਸਾਲ ਤੋਂ ਨੌਕਰੀ ਕਰ ਰਹੇ ਆ,
पर इन्हां 5 सालों ਦੇ ਵਿੱਚ ਇਹਨਾਂ ਦੋਵਾਂ ਜਾਣਿਆਂ ਨੇ ਜਿਹੜਾ ਕੋਈ ਹਿਸਾਬ ਨਹੀਂ ਦਿੱਤਾ ਤੇ ਇਹਨਾਂ ਦਾ ਹਿਸਾਬ ਮੰਗੋ। ਤੇ ਉੱਥੋਂ ਦੇ ਨਵਾਬ ਨੇ ਫਿਰ ਹਿਸਾਬ ਮੰਗਿਆ। ਜਦੋਂ ਹਿਸਾਬ ਮੰਗਣਾ ਸ਼ੁਰੂ ਕੀਤਾ ਤੇ ਇੱਧਰ ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਦੇ ਕੋਲ ਇੱਕ ਸਿੱਖ ਆਇਆ। ਉਹਨੇ ਸਤਿਗੁਰਾਂ ਦੇ ਹਜ਼ੂਰ ਇੱਕ ਪੈਸਾ ਰੱਖ ਕੇ ਤੇ ਮੱਥਾ ਟੇਕਿਆ ਹੈ। ਇੱਕ ਪੈਸਾ ਰੱਖ ਕੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਹਜ਼ੂਰ। ਤੇ ਇੱਧਰ ਇਹ ਜਿਹੜੇ ਸਿੱਖ ਸਨ ਇਹਨਾਂ ਨੇ ਸਤਿਗੁਰਾਂ ਦੇ ਹਜ਼ੂਰ ਅਰਦਾਸ ਕੀਤੀ ਹੈ ਕਿ ਮਹਾਰਾਜ ਸੱਚੇ ਪਾਤਸ਼ਾਹ ਅਸੀਂ ਤੇਰੇ ਸਿੱਖ ਹਾਂ ਤੇ ਸਾਡੀ ਲਾਜਪਤ ਹੁਣ ਤੂੰ ਰੱਖਣੀ ਹੈ। ਹਿਸਾਬ ਅਸੀਂ ਵੀ ਨਹੀਂ ਕੀਤਾ 5 ਸਾਲਾਂ ਦਾ, ਜੋ ਆਇਆ ਜੋ ਸਾਨੂੰ ਕਮਾਈ ਹੁੰਦੀ ਸੀ ਉਹਦੇ ਵਿੱਚੋਂ ਅਸੀਂ ਆਪ ਜੀ ਦੇ ਸੰਗਤ ਦੇ ਵਿੱਚ ਵਰਤਾ ਕੇ ਛਕ ਲੈਂਦੇ ਹਾਂ। ਤੇ ਕਿਰਪਾ ਕਰੋ ਸਾਡੀ ਆਪ ਜੀ ਰੱਖਿਆ ਕਰੋ, ਸਾਡੇ ਦਾਤੇ ਤੁਸੀਂ ਹੋ ਤੇ ਤੁਸੀਂ ਸਾਡੀ ਰੱਖਿਆ ਕਰੋ। ਇੱਧਰ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਜਿਹੜੇ ਸਿੱਖ ਨੇ ਮੱਥਾ ਟੇਕਿਆ ਇੱਕ ਪੈਸਾ, ਉਹ ਅੱਗੇ ਤੇ ਮੇਵੜਾ ਚੁੱਕ ਲੈਂਦਾ ਸੀ ਜਿਹੜਾ ਅਰਦਾਸ ਕਰਦਾ ਸੀ ਸਤਿਗੁਰਾਂ ਦੇ ਹਜ਼ੂਰ। ਤੇ ਸਤਿਗੁਰਾਂ ਨੇ ਉਹ ਪੈਸਾ ਆਪ ਆਪਣੇ ਹੱਥੀਂ ਚੁੱਕ ਲਿਆ। ਜਿਹੜਾ ਸਿੱਖ ਨੇ ਮੱਥਾ ਟੇਕਿਆ ਉਹ ਪੈਸਾ ਚੁੱਕ ਕੇ ਕਿਤੇ ਸਤਿਗੁਰੂ ਸੱਜੇ ਹੱਥ ਦੀ ਤਲੀ ਤੇ ਰੱਖਦੇ ਪੈਸਾ, ਕਿਤੇ ਖੱਬੇ ਹੱਥ ਦੀ ਤਲੀ ਤੇ ਰੱਖਦੇ। ਇਸ ਤਰ੍ਹਾਂ ਕਿੰਨਾ ਸਮਾਂ ਬੀਤ ਗਿਆ। ਸਤਿਗੁਰੂ ਕਿਤੇ ਖੱਬੇ ਹੱਥ ਦੀ ਤਲੀ ਤੇ ਪੈਸਾ ਰੱਖਦੇ, ਕਿਤੇ ਸੱਜੇ ਹੱਥ ਦੀ, ਫਿਰ ਸੱਜੇ ਤੋਂ ਚੁੱਕ ਕੇ ਖੱਬੇ ਹੱਥ ਦੀ ਤਲੀ ਤੇ। ਸਿੱਖਾਂ ਨੇ ਸਵਾਲ ਕੀਤਾ ਹੈ ਕਿ ਮਹਾਰਾਜ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਆਪ ਨੇ ਕਦੀ ਇਸ ਤਰ੍ਹਾਂ ਨਹੀਂ ਕੀਤਾ ਕਿ ਜੋ ਵੀ ਸਿੱਖ ਪੈਸੇ ਲੈ ਕੇ ਆਉਂਦੇ ਆ ਤੇ ਆਪ ਜੀ ਉਹਨਾਂ ਪੈਸਿਆਂ ਨੂੰ ਜਿਹੜਾ ਆ ਸਾਨੂੰ ਫੜਾ ਦਿੰਦੇ। ਹਜ਼ੂਰੀ ਸਿੱਖਾਂ ਨੇ ਆਖਿਆ ਕਿ ਆ ਖਜ਼ਾਨੇ 'ਚ ਜਮ੍ਹਾਂ ਕਰ ਲਓ, ਤੇ ਪਰ ਅੱਜ ਤੁਸੀਂ ਇੱਕ ਪੈਸੇ ਨੂੰ ਕਿਸੇ ਇਸ ਤਲੀ ਤੇ ਰੱਖ ਰਹੇ ਹੋ, ਕਿਤੇ ਇਸ ਤਲੀ ਤੇ ਰੱਖ ਰਹੇ ਹੋ, ਕੀ ਗੱਲ ਹੋ ਗਈ ਹੈ? ਤੇ ਮਹਾਰਾਜ ਨੇ ਕਿਹਾ ਆਪਣੇ ਸਿੱਖਾਂ ਦਾ ਹਿਸਾਬ ਪੂਰਾ ਕਰ ਰਹੇ ਹਾਂ। ਕਹਿੰਦੇ ਮਹਾਰਾਜ ਸਮਝ ਨਹੀਂ ਆਈ, ਸਾਨੂੰ ਦੱਸੋ। ਹਜ਼ੂਰੀ ਸਿੱਖਾਂ ਨੇ ਆਖਿਆ। ਮਹਾਰਾਜ ਕਹਿੰਦੇ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਿ ਸਾਡੇ 2 ਸਿੱਖ ਆ ਕਾਬਲ ਦੇ ਵਿੱਚ, ਉਹਨਾਂ ਦਾ ਮੁੱਢੀ ਖਾਨਾ ਹੈ ਉੱਥੇ, ਤੇ ਉਹਨਾਂ ਦਾ ਜੋਖ ਜਖਈਆ ਹੋ ਰਿਹਾ ਸੌਦੇ ਦਾ, ਕਿ ਉਹਨਾਂ ਦਾ ਤੋਲ ਵੱਟਾ ਜਿਹੜਾ ਹੈ ਨਾ ਉਹ ਜੋਖ ਜਖਈਆ ਹੋ ਰਿਹਾ ਕਿ ਕਿੰਨੇ ਉਹਨਾਂ ਦੇ ਵੱਲ ਪੈਸੇ ਵੱਧਦੇ ਆ ਕਿੰਨੇ ਘਟਦੇ ਆ। ਤੇ ਉਹਨਾਂ ਦੋਵਾਂ ਸਿੱਖਾਂ ਨੇ ਮੇਰੇ ਹਜ਼ੂਰ ਅਰਦਾਸ ਕੀਤੀ ਆ ਕਿ ਸਾਡੀ ਜਿਹੜੀ ਆ ਗਰੀਬ ਨਵਾਜ਼ ਪੈਜ ਰੱਖਣੀ, ਤੇ ਮੈਂ ਉਹਨਾਂ ਸਿੱਖਾਂ ਦੀ ਪੈਜ ਰੱਖ ਰਿਹਾ। ਜੇ ਇੱਧਰੋਂ ਥੋੜਾ ਸੌਦਾ ਘਟ ਜਾਂਦਾ ਹੈ, ਸੱਜੇ ਪਾਸਿਓਂ ਤਕੜੀ ਸੀ, ਪੁਰਾਣੀਆਂ ਤਕੜੀਆਂ ਸਨ, ਜੇ ਸੱਜਿਓਂ ਘਟ ਜੇ ਤੇ ਖੱਬੇ ਪਾ ਦੇਣਾ, ਖੱਬਿਓਂ ਘਟ ਜੇ ਸੱਜੇ ਪਾ ਦੇਣਾ, ਪੁਰਾਣੀਆਂ ਤਕੜੀਆਂ ਜਿਹੜੀਆਂ ਸਨ। ਤੇ ਸਤਿਗੁਰਾਂ ਨੇ ਕਿਹਾ ਭਾਈ ਸਿੱਖੋ, ਜਦੋਂ ਉਹ ਖੱਬੇ ਪਾਸਿਓਂ ਘਟਦਾ ਹੈ ਤੇ ਅਸੀਂ ਸੱਜੇ ਹੱਥ ਦੇ ਵਿੱਚ ਪੈਸਾ ਫੜ ਲੈਂਦੇ ਹਾਂ, ਤੇ ਜਦੋਂ ਸੱਜੇ ਪਾਸਿਓਂ ਘਟਦਾ ਹੈ ਉਹਨਾਂ ਦਾ ਹਿਸਾਬ ਤੇ ਅਸੀਂ ਖੱਬੇ ਹੱਥ 'ਚ ਪੈਸਾ ਫੜ ਲੈਂਦੇ ਹਾਂ। ਇਸ ਤਰ੍ਹਾਂ ਸਾਡੇ ਸਿੱਖਾਂ ਦੀ ਜਿਹੜੀ ਉਹ ਪੈਜ ਰੱਖੀ ਜਾਂਦੀ ਹੈ। ਤੇ ਜਦੋਂ ਉਧਰ ਸਿੱਖਾਂ ਦਾ ਹਿਸਾਬ ਹੋਇਆ ਤੇ ਹਿਸਾਬ ਬੜਾ ਕਲੀਅਰ ਆਇਆ, ਹਿਸਾਬ ਸਾਫ਼ ਆਇਆ। ਜਦੋਂ ਹਿਸਾਬ ਸਾਫ਼ ਆਇਆ ਤੇ ਇਹਨਾਂ ਨੇ ਫਿਰ ਸਤਿਗੁਰਾਂ ਦੇ ਹਜ਼ੂਰ ਅਰਦਾਸ ਕੀਤੀ ਸੀ, ਨਾਲ ਕਿਹਾ ਸੀ ਕਿ ਮਹਾਰਾਜ ਅਸੀਂ ਆਪ ਜੀ ਦੇ ਹਜ਼ੂਰ ਆਵਾਂਗੇ ਤੇ ਭੇਟਾ ਵੀ ਲੈ ਕੇ ਆਵਾਂਗੇ, ਮੋਹਰਾਂ ਵੀ ਹਾਜ਼ਰ ਕਰਾਂਗੇ ਆਪ ਜੀ ਨੂੰ। ਫਿਰ ਸਮਾਂ ਬੀਤਿਆ, ਫਿਰ ਇਹ ਦੋਵੇਂ ਸਿੱਖ ਜਿਹੜੇ ਆ ਆਪਣੀ ਅਰਦਾਸ ਨੂੰ ਮੁੱਖ ਰੱਖ ਕੇ ਉੱਥੋਂ ਛੁੱਟੀ ਲੈ ਕੇ ਤੇ ਅੰਮ੍ਰਿਤਸਰ ਦੀ ਧਰਤੀ ਤੇ ਆਏ ਆ। ਇਹਨਾਂ ਨੇ ਆਣ ਕੇ ਮੱਥਾ ਟੇਕਿਆ ਮਹਾਰਾਜ ਨੂੰ ਤੇ ਨਾਲ ਮੋਹਰਾਂ ਜਿਹੜੀਆਂ ਕਹੀਆਂ ਸਾਨੂੰ ਅੱਗੇ ਰੱਖੀਆਂ ਨੇ। ਤੇ ਸਤਿਗੁਰਾਂ ਨੇ ਕਿਹਾ ਭਾਈ ਸਿੱਖੋ, ਤੁਹਾਡੇ ਹਿਸਾਬ ਦੇ ਵਿੱਚ ਕੋਈ ਫਰਕ ਤੇ ਨਹੀਂ ਪਿਆ? ਕਹਿੰਦੇ ਮਹਾਰਾਜ ਤੁਸੀਂ ਬੜੀ ਸਾਡੀ ਪੈਜ ਰੱਖੀ ਹੈ, ਕੋਈ ਹਿਸਾਬ ਦੇ ਵਿੱਚ ਫਰਕ ਨਹੀਂ ਪਿਆ। ਤੇ ਗੁਰਸਿੱਖਾਂ ਨੇ ਕਿਹਾ ਭਾਈ ਸੱਚੀ ਇਸ ਤਰ੍ਹਾਂ ਹੋਇਆ ਸੀ? ਤੇ ਫਿਰ ਸਾਰੀ ਵਾਰਤਾ ਜਿਹੜੀ ਇਹਨਾਂ ਦੋਵਾਂ ਸਿੱਖਾਂ ਨੇ ਸੁਣਾਈ ਕਿ ਹਾਂ ਭਾਈ ਸਾਡੇ ਨਾਲ ਇਸ ਤਰ੍ਹਾਂ ਹੀ ਹੋਇਆ ਸੀ, ਸਾਡੇ ਤੇ ਇਹੋ ਜਿਹੀ ਵਿਪਤਾ ਪੈ ਗਈ ਕਿ ਅਸੀਂ ਫਿਰ ਸਤਿਗੁਰਾਂ ਦੇ ਹਜ਼ੂਰ ਅਰਦਾਸ ਕੀਤੀ ਸੀ ਤੇ ਸਤਿਗੁਰਾਂ ਨੇ ਸਾਡੀ ਜਿਹੜੀ ਉਹ ਪੈਜ ਰੱਖੀ। ਅਗਲੇ ਸਿੱਖ ਹਨ ਭਾਈ ਮਾਧੋ ਸੋਢੀ, ਕਸ਼ਮੀਰ ਦੇ ਸਿੱਖ ਹਨ। ਇਹ ਕਸ਼ਮੀਰ 'ਚ ਬਾਣੀ ਪੜ੍ਹਦੇ ਸਨ, ਸਿਮਰਨ ਕਰਦੇ, ਆਪਣਾ ਦਿਨ ਬਤੀਤ ਕਰਦੇ। ਤੇ ਕਸ਼ਮੀਰੀ ਪੰਡਤ ਜਿਹੜੇ ਸਨ, ਕਸ਼ਮੀਰ ਦੀ ਪੰਡਤ ਬਹੁਤ ਸਨ ਜਿਹੜੇ ਸੰਸਕ੍ਰਿਤ ਦੇ ਬੜੇ ਵੱਡੇ ਵੱਡੇ ਵਿਦਵਾਨ ਸਨ। ਇਹ ਉਹੀ ਪੰਡਤ ਸਨ ਜਿਨ੍ਹਾਂ ਦੇ ਬਾਅਦ ਵਿੱਚ ਆਣ ਕੇ ਗੁਰੂ ਤੇਗ ਬਹਾਦਰ ਜੀ ਦੇ ਕੋਲ ਨਮਸਕਾਰ ਕੀਤੀ ਹੈ ਕਿ ਸਾਡਾ ਧਰਮ ਬਚਾ ਲਓ, ਕਿਉਂਕਿ ਇਹ ਵਿਦਵਾਨ ਬਹੁਤ ਸਨ ਕਸ਼ਮੀਰ ਦੇ ਪੰਡਤ। ਤੇ ਇਹ ਕਸ਼ਮੀਰ ਦੇ ਜਿੰਨੇ ਵੀ ਪੰਡਤ ਸਨ ਉਹ ਬਾਣੀ ਨਹੀਂ ਸੀ ਪੜ੍ਹਨ ਦਿੰਦੇ ਇਹਨਾਂ ਨੂੰ। ਕਹਿੰਦੇ ਕਿ ਤੁਸੀਂ ਦੇਵ ਬਾਣੀ ਦਾ ਨਿਰਾਦਰ ਕਰਦੇ ਹੋ। ਦੇਵ ਬਾਣੀ ਕਿਹੜੀ? ਸੰਸਕ੍ਰਿਤ ਭਾਸ਼ਾ ਦੇ ਵਿੱਚ ਜਿਹੜੇ ਵੇਦ ਲਿਖੇ ਗਏ। ਇਹਨਾਂ ਨੇ ਕਿਹਾ ਤੁਸੀਂ ਵੇਦਾਂ ਦੀ ਜਿਹੜੀ ਬਾਣੀ ਹੈ ਉਹਨਾਂ ਦੀ ਜਿਹੜੀ ਨਿੰਦਿਆ ਕਰਦੇ ਹੋ, ਤੁਸੀਂ ਇਸ ਜਿਹੜੀ ਭਾਖਾ ਬਾਣੀ ਹੈ, ਭਾਵ ਸੰਤ ਭਾਸ਼ਾ ਜਿਹੜੀ ਹੈ, ਆਮ ਮਨੁੱਖੀ ਭਾਸ਼ਾ ਹੈ, ਉਹਦੀ ਤੁਸੀਂ ਗੁਣਗਾਨ ਕਰਦੇ ਹੋ। ਇਹਦੇ ਨਾਲ ਤੁਹਾਡੀ ਕਲਿਆਣ ਨਹੀਂ ਹੋਣੀ, ਇਹਦੇ ਨਾਲ ਤੁਹਾਨੂੰ ਕੋਈ ਜਿਹੜਾ ਫਲ ਪ੍ਰਾਪਤ ਨਹੀਂ ਹੋਣਾ, ਤੇ ਤੁਸੀਂ ਇਹ ਬਾਣੀ ਨਾ ਪੜ੍ਹੋ ਤੇ ਸੰਸਕ੍ਰਿਤ ਪੜ੍ਹੋ ਜੇ ਪੜ੍ਹਨੀ ਹੈ। ਇਹ ਭਾਈ ਮਾਧੋ ਕਸ਼ਮੀਰ ਤੋਂ ਸਤਿਗੁਰਾਂ ਦੇ ਹਜ਼ੂਰ ਆਏ ਨੇ, ਅੰਮ੍ਰਿਤਸਰ ਦੀ ਧਰਤੀ ਤੇ ਨਮਸਕਾਰ ਕੀਤੀ ਹੈ ਮਹਾਰਾਜ ਨੂੰ।
ਗੁਰੂ ਸਾਹਿਬ ਨੂੰ ਕਹਿੰਦੇ ਆ ਕਿ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ, ਮੈਂ ਕਸ਼ਮੀਰ ਦਾ ਰਹਿਣ ਵਾਲਾ ਤੇ ਆਪ ਜੀ ਦੀ ਕਿਰਪਾ ਸਦਕਾ ਸਿੱਖੀ ਦੀ ਮੈਨੂੰ ਦਾਤ ਮਿਲੀ ਹੈ ਤੇ ਮੈਂ ਬਾਣੀ ਪੜ੍ਹਦਾ, ਸਿਮਰਨ ਕਰਦਾ। ਹੋਰ ਵੀ ਮੇਰੇ ਸਿੱਖ ਭਰਾ ਜਿਹੜੇ ਉੱਥੇ ਥੋੜੇ ਬਹੁਤ ਹਨ, ਉਹ ਵੀ ਅਸੀਂ ਬਾਣੀ ਪੜ੍ਹਦੇ ਹਾਂ, ਪਰ ਉੱਥੋਂ ਦੇ ਪੰਡਤ ਜਿਹੜੇ ਆ ਉਹ ਸਾਨੂੰ ਬਾਣੀ ਨਹੀਂ ਪੜ੍ਹਨ ਦਿੰਦੇ। ਉਹ ਸਾਨੂੰ ਕਹਿੰਦੇ ਆ ਕਿ ਤੁਸੀਂ ਬਾਣੀ ਨਹੀਂ ਪੜ੍ਹਨੀ, ਤੁਸੀਂ ਸੰਸਕ੍ਰਿਤ ਪੜ੍ਹੋ। ਤੇ ਮਹਾਰਾਜ ਸੰਸਕ੍ਰਿਤ ਜਿਹੜੀ ਹੈ ਉਹ ਸਾਡੇ ਕੋਲ ਪੜ੍ਹੀ ਨਹੀਂ ਜਾਂਦੀ। ਸੰਸਕ੍ਰਿਤ ਕਿਵੇਂ ਪੜ੍ਹਦੀ ਹੈ? ਅਸੀਂ ਤੇ ਤੁਹਾਡਾ ਬਚਨ ਮੰਨਣਾ, ਅਸੀਂ ਤੇ ਬਾਣੀ ਪੜ੍ਹਨੀ ਹੈ। ਤੇ ਸਤਿਗੁਰਾਂ ਨੇ ਬਚਨ ਕੀਤਾ ਕਿ ਸਿੱਖਾ ਭਾਈ ਮਾਧੋ, ਤੂੰ ਜਾ ਕੇ ਕਸ਼ਮੀਰ ਦੇ ਵਿੱਚ ਗੁਰਬਾਣੀ ਦੀ ਕਥਾ ਵਿਚਾਰ ਕਰ, ਸਾਰਿਆਂ ਨੂੰ ਗੁਰਬਾਣੀ ਨਾਲ ਜੋੜ ਤੇ ਸਾਰਿਆਂ ਨੂੰ ਜਿਹੜਾ ਹੈ ਪਰਮੇਸ਼ਰ ਦੀ ਉਪਾਸਨਾ ਕਰਨੀ ਜਿਹੜੀ ਉਹ ਸਿਖਾ, ਕਰਮ ਕਾਂਡਾਂ ਤੋਂ ਨਿਵਰਤ ਕਰ। ਇਹ ਜਿਹੜੇ ਪੰਡਤ ਲੋਕ ਆ ਕਰਮ ਕਾਂਡ ਕਰਦੇ ਆ, ਇਹਨਾਂ ਨੂੰ ਕਰਮ ਕਾਂਡ ਕਰਨੀ ਹਟਾ ਤੇ ਤੂੰ ਜਾ ਕੇ ਤੇ ਉਹਨਾਂ ਦੇ ਵਿੱਚ ਸਿੱਖੀ ਦਾ ਪ੍ਰਚਾਰ ਕਰ। ਕਹਿੰਦੇ ਮਹਾਰਾਜ ਮੇਰੇ ਕੋਲ ਬਲ ਨਹੀਂ ਹੈਗਾ, ਕੋਈ ਮੇਰੇ ਕੋਲ ਇਹੋ ਜਿਹੇ ਬਚਨ ਨਹੀਂ ਹੈਗੇ ਕਿ ਮੈਂ ਬਚਨ ਕਰਾਂ ਤੇ ਕੋਈ ਮੇਰੀ ਗੱਲ ਮੰਨ ਲਵੇ। ਇੰਨੇ ਵਿਦਵਾਨ ਪੰਡਤ ਉੱਥੇ ਬੈਠੇ ਆ ਤੇ ਉਹਨਾਂ ਦੇ ਵਿੱਚ ਮੇਰੀ ਕੀ ਚੱਲਣੀ ਹੈ? ਤੇ ਸਤਿਗੁਰਾਂ ਨੇ ਕਿਹਾ ਕਿ ਭਾਈ ਸਿੱਖਾ, ਤੂੰ ਸਾਨੂੰ ਯਾਦ ਕਰਨਾ ਹੈ ਤੇ ਗੁਰੂ ਨਾਨਕ ਸਾਹਿਬ ਦਾ ਮੂਲ ਮੰਤਰ ਜਿਹੜਾ ਪੜ੍ਹ ਕੇ ਨਾ ਤੇ ਸਿੱਖੀ ਦੀ ਗੱਲ ਕਹਿਣੀ ਸ਼ੁਰੂ ਕਰ ਦੇ ਤੇ ਤੇਰਾ ਕਲਿਆਣ ਹੋਵੇਗਾ। ਤੇਰਾ ਬਚਨ ਜਿਹੜਾ ਸੁਣੇਗਾ ਉਹੀ ਤੇਰਾ ਬਚਨ ਮੰਨਿਆ ਕਰੇਗਾ। ਇਹ ਗਏ ਨੇ ਉੱਥੇ ਕਸ਼ਮੀਰ 'ਚ ਜਾ ਕੇ, ਇਹਨਾਂ ਨੇ ਜਿੰਨੇ ਵੀ ਪੰਡਤ ਸਨ ਉਹਨਾਂ ਦੇ ਵਿੱਚ ਸਿੱਖੀ ਦਾ ਪ੍ਰਚਾਰ ਕਰਨਾ ਸ਼ੁਰੂ ਕੀਤਾ ਹੈ। ਜਦੋਂ ਸਿੱਖੀ ਦਾ ਪ੍ਰਚਾਰ ਕਰਦੇ ਆ ਤੇ ਪੰਡਤਾਂ ਨੇ ਆ ਕੇ ਸਵਾਲ ਕੀਤਾ। ਸਵਾਲ ਕਰਦੇ ਆ ਪੰਡਤ, ਕਹਿੰਦੇ ਕਿ ਜਿਹੜੀ ਇਹ ਸੰਸਕ੍ਰਿਤ ਆ ਇਹ ਤੁਸੀਂ ਕਿਉਂ ਨਹੀਂ ਪੜ੍ਹਦੇ? ਜਦੋਂ ਤੁਹਾਨੂੰ ਇੱਕ ਵਾਰੀ ਕਹਿ ਦਿੱਤਾ ਕਿ ਇਹ ਜਿਹੜੀ ਆਮ ਮਨੁੱਖਾਂ ਦੀ ਭਾਸ਼ਾ ਆ ਇਹ ਨਹੀਂ ਪੜ੍ਹਨੀ, ਸੰਸਕ੍ਰਿਤ ਵਿੱਚ ਪਰਮੇਸ਼ਰ ਦੀ ਉਸਤਤ ਕਰੋ, ਇਸ ਭਾਸ਼ਾ ਦੇ ਵਿੱਚ ਪਰਮੇਸ਼ਰ ਦੀ ਉਸਤਤ ਨਹੀਂ ਕਰਨੀ, ਗੁਰਮੁਖੀ ਦੇ ਵਿੱਚ ਪਰਮੇਸ਼ਰ ਦੀ ਉਸਤਤ ਨਹੀਂ ਕਰਨੀ। ਤੇ ਉਸ ਸਮੇਂ ਭਾਈ ਮਾਧੋ ਨੇ ਬਚਨ ਕੀਤਾ ਹੈ, ਸਵਾਲ ਕੀਤਾ ਹੈ, ਕਹਿੰਦੇ ਪੰਡਤੋ ਮੈਨੂੰ ਇਹ ਦੱਸੋ ਕਿ ਤੁਸੀਂ ਸੰਸਕ੍ਰਿਤ ਦੇ ਸ਼ਲੋਕਾਂ ਦੀ ਵਿਆਖਿਆ ਕਿਹੜੀ ਭਾਸ਼ਾ 'ਚ ਕਰਦੇ ਹੋ? ਉਹ ਕਹਿੰਦੇ ਅਸੀਂ ਆਮ ਭਾਸ਼ਾ ਜੀ ਕਰਦੇ ਹਾਂ, ਮਨੁੱਖਾਂ ਦੀ ਭਾਸ਼ਾ ਦੇ ਵਿੱਚ। ਕਹਿੰਦੇ ਜੇ ਤੁਸੀਂ ਮਨੁੱਖਾਂ ਨੂੰ ਗਿਆਨ ਦੇਣ ਲਈ ਸੰਸਕ੍ਰਿਤ ਭਾਸ਼ਾ ਨੂੰ ਆਮ ਭਾਸ਼ਾ, ਮਨੁੱਖੀ ਭਾਸ਼ਾ ਦੇ ਵਿੱਚ ਬੋਲ ਕੇ ਲੋਕਾਂ ਨੂੰ ਸੁਣਾ ਸਕਦੇ ਹੋ, ਤੇ ਕੀ ਅਸੀਂ ਇਹ ਗੁਰੂ ਨਾਨਕ ਦਾ ਉਪਦੇਸ਼ ਜਿਹੜਾ ਆ ਇਸ ਭਾਸ਼ਾ ਦੇ ਵਿੱਚ ਨਹੀਂ ਬੋਲ ਸਕਦੇ? ਉਹਨਾਂ ਦੀਆਂ ਨੀਵੀਆਂ ਪੈ ਗਈਆਂ। ਫਿਰ ਇਹਨਾਂ ਨੇ ਇੱਕ ਹੋਰ ਸਵਾਲ ਕੀਤਾ, ਕਹਿੰਦੇ ਕਿ ਭਾਈ ਜਿਹੜਾ ਘਿਓ ਹੁੰਦਾ ਨਾ, ਘਿਓ ਉਹ ਭਾਵੇਂ ਕਿਸੇ ਵੀ ਭਾਂਡੇ ਵਿੱਚ ਹੋਵੇ, ਭਾਵੇਂ ਸੋਨੇ ਦੇ ਭਾਂਡੇ ਵਿੱਚ ਹੋਵੇ, ਭਾਵੇਂ ਪਿੱਤਲ ਦੇ ਭਾਂਡੇ 'ਚ ਹੋਵੇ ਤੇ ਭਾਵੇਂ ਮਿੱਟੀ ਦੇ ਭਾਂਡੇ 'ਚ ਹੋਵੇ, ਤੇ ਉਹਦਾ ਮੁੱਲ ਨਹੀਂ ਘਟਦਾ। ਦੇਸੀ ਘਿਓ ਦਾ ਕਦੀ ਮੁੱਲ ਨਹੀਂ ਘਟਦਾ, ਉਹ ਓਨਾ ਹੀ ਮੁੱਲ ਰੱਖਦਾ ਹੈ ਭਾਵੇਂ ਕਿਸੇ ਵੀ ਭਾਂਡੇ ਵਿੱਚ ਹੋਵੇ। ਤੇ ਇਸ ਭਾਈ ਮਾਧੋ ਨੇ ਉਹਨਾਂ ਨੂੰ ਕਿਹਾ ਹੈ ਪੰਡਤਾਂ ਨੂੰ ਕਿ ਪੰਡਤੋ ਇਹ ਜਿਹੜੀ ਗੁਰਬਾਣੀ ਹੈ ਇਹ ਭਾਵੇਂ ਕਿ ਆਮ ਭਾਸ਼ਾ ਦੇ ਵਿੱਚ ਹੈ, ਭਾਵੇਂ ਮਿੱਟੀ ਦੇ ਭਾਂਡੇ ਵਿੱਚ ਹੈ, ਪਰ ਇਹਦਾ ਮੁੱਲ ਜਿਹੜਾ ਘਿਓ ਜਿੰਨਾ ਹੈ, ਤੇ ਤੁਸੀਂ ਵੀ ਜੇ ਬਾਣੀ ਪੜ੍ਹੋਗੇ ਤੁਹਾਡਾ ਵੀ ਕਲਿਆਣ ਹੋਵੇਗਾ। ਤੇ ਇਹਨਾਂ ਨੇ ਕਿਹਾ ਕਿ ਅਸੀਂ ਤੇ ਮੋਟੀ ਬੁੱਧੀ ਵਾਲਿਆਂ ਨੂੰ ਉਪਦੇਸ਼ ਦਿੰਦੇ ਹਾਂ, ਜਿਨ੍ਹਾਂ ਨੂੰ ਸਮਝ ਨਹੀਂ ਆਉਂਦੀ ਅਸੀਂ ਤੇ ਉਹਨਾਂ ਵਾਸਤੇ ਆਮ ਭਾਸ਼ਾ ਵਰਤਦੇ ਹਾਂ। ਤੇ ਭਾਈ ਮਾਧੋ ਨੇ ਕਿਹਾ ਕਿ ਭਾਈ ਪੰਡਤੋ ਇਹ ਮੋਟੀ ਬੁੱਧੀ ਵਾਲਿਆਂ ਵਾਸਤੇ ਤੇ ਗੁਰੂ ਨਾਨਕ ਸਾਹਿਬ ਨੇ ਬਾਣੀ ਬਣਾਈ ਹੈ। ਇਹ ਕਲਯੁਗ ਦੇ ਵਿੱਚ ਇਹ ਜਿਹੜੀ ਭਾਸ਼ਾ ਹੈ ਵਰਤ ਕੇ, ਗੁਰਮੁਖੀ ਵਰਤ ਕੇ, ਆਮ ਭਾਸ਼ਾ ਵਰਤ ਕੇ ਸਤਿਗੁਰਾਂ ਨੇ ਬਾਣੀ ਬਣਾਈ ਹੈ ਕਿ ਸਾਰਿਆਂ ਨੂੰ ਪਤਾ ਲੱਗੇ। ਤੇ ਵੇਦਾਂ ਦੀ ਭਾਸ਼ਾ ਪੜ੍ਹ ਕੇ ਚਤੁਰਾਈ ਆਉਂਦੀ ਆ ਪਰ ਮਨ ਨੀਵਾਂ ਨਹੀਂ ਹੁੰਦਾ। ਤੇ ਜਿਹੜਾ ਇਹ ਬਾਣੀ ਪੜ੍ਹੇਗਾ, ਜਿਹੜਾ ਇਹ ਸ਼ਬਦ ਦੀ ਵਿਚਾਰ ਸੁਣੇਗਾ, ਉਹਦਾ ਮਨ ਨੀਵਾਂ ਹੋਵੇਗਾ, ਉਹਨੂੰ ਸਿੱਖੀ ਪ੍ਰਾਪਤ ਹੋਏਗੀ। ਇਸ ਤਰ੍ਹਾਂ ਉਹ ਸਾਰੇ ਪੰਡਤ ਭਾਈ ਮਾਧੋ ਜੀ ਅੱਗੇ ਝੁਕੇ ਆ ਤੇ ਉਸ ਜਗ੍ਹਾ ਦੇ ਉੱਤੇ ਫਿਰ ਇੱਕ ਧਰਮਸ਼ਾਲਾ ਬਣਾਈ ਗਈ। ਦੋਵੇਂ ਟਾਈਮ ਕਥਾ ਕੀਰਤਨ ਹੋਇਆ ਤੇ ਸਿੱਖੀ ਦੀ ਰੀਤ ਜਿਹੜੀ ਹੈ ਉਸ ਜਗ੍ਹਾ ਦੇ ਉੱਤੇ ਚੱਲੀ। ਅਗਲੇ ਸਿੱਖ ਹਨ ਭਾਈ ਭੀਵਾ ਰੂਪ ਚੰਦ, ਸਰਹੰਦ ਦੇ ਰਹਿਣ ਵਾਲੇ। ਆਏ ਗਏ ਸਿੱਖ ਦੀ ਇਹ ਬੜੀ ਸੇਵਾ ਕਰਦੇ ਆ, ਵੰਡ ਕੇ ਖਾਂਦੇ ਆ, ਗੁਰਪੁਰਬਾਂ ਦੇ ਉੱਤੇ ਵੀ ਸਿੱਖਾਂ ਨੂੰ ਬੁਲਾ ਕੇ ਇਕੱਠ ਕਰਦੇ ਆ। ਬੜਾ ਇਹਨਾਂ ਦਾ ਜਿਹੜਾ ਹੈ ਆਸੇ ਪਾਸੇ ਗੁਣਗਾਨ ਹੈ ਕਿ ਬੜੇ ਮਹਾਨ ਸਿੱਖ ਹਨ। ਤੇ ਇਹ ਨਾਲ ਜਿਹੜਾ ਹੈ ਉਹ ਕਿਸੇ ਦੇ ਕੋਲੋਂ ਕੋਈ ਸਮਾਨ ਰੱਖ ਲੈਣਾ ਤੇ ਉਹਨੂੰ ਪੈਸੇ ਦੇ ਦੇਣੇ, ਜਾਂ ਕੋਈ ਅਮਾਨਤ ਆਪਣੀ ਇਹਨਾਂ ਦੇ ਕੋਲ ਜਮ੍ਹਾਂ ਕਰਾ ਜਾਂਦਾ ਸੀ, ਲਿਖ ਲੈਂਦੇ ਸਨ। ਜਿਵੇਂ ਕਿਸੇ ਨੇ ਕਿਤੇ ਜਾਣਾ ਹੋਵੇ ਤੇ ਕਿਸੇ ਕੋਲ ਗਹਿਣਾ ਪਿਆ ਹੋਵੇ, ਉਸ ਸਮੇਂ ਬੈਂਕਾਂ ਤੇ ਹੁੰਦੀਆਂ ਨਹੀਂ ਸੀ, ਬੈਂਕ ਦੇ ਵਿੱਚ ਚੀਜ਼ ਰੱਖ ਲਈ ਜਾਵੇ, ਤੇ ਕਿਸੇ ਨੇ ਦੂਰ ਜਾਣਾ ਹੋਵੇ ਤੇ ਉਹ ਫਿਰ ਇਹਨਾਂ ਦੇ ਕੋਲ ਜਮ੍ਹਾਂ ਕਰਾ ਜਾਂਦਾ ਸੀ ਕਿ ਚਲੋ ਜਦੋਂ ਮੈਂ 1-2 ਸਾਲ ਪਿੱਛੋਂ ਆਊਂਗਾ ਤੇ ਇਹਨਾਂ ਦੇ ਕੋਲੋਂ ਵਾਪਸ ਲੈ ਲੂੰਗਾ। ਤੇ ਇੱਕ ਮੁਗਲ ਸੀ, ਉਹਦੇ ਕੋਲ ਮੋਹਰਾਂ ਦੀ ਥੈਲੀ ਸੀ, ਵਾਸਨੀ ਕਹਿੰਦੇ ਆ ਥੈਲੀ ਨੂੰ, ਮੋਹਰਾਂ ਦੀ ਥੈਲੀ ਸੀ। ਤੇ ਉਹਨੇ ਕੀ ਕੀਤਾ, ਇਹ ਜਿਹੜੀ ਮੋਹਰਾਂ ਦੀ ਥੈਲੀ ਇਹਨਾਂ ਦੇ ਕੋਲ ਆਇਆ,
ਭਾਈ ਭੀਵੇ ਦੇ ਕੋਲ, ਕਹਿੰਦਾ ਭਾਈ ਸਾਹਿਬ ਮੇਰੀ ਆ ਮੋਹਰਾਂ ਦੀ ਥੈਲੀ ਆ, ਇਹ ਤੁਸੀਂ ਰੱਖ ਲਓ। ਤੇ ਮੈਂ ਦਿੱਲੀ ਚੱਲਿਆ, ਤੇ ਜਦੋਂ ਮੈਂ ਦਿੱਲੀੋਂ ਵਾਪਸ ਆਊਂਗਾ ਤੇ ਤੁਹਾਡੇ ਕੋਲੋਂ ਮੈਂ ਮੋਹਰਾਂ ਦੀ ਥੈਲੀ ਲੈ ਲਾਂਗਾ। ਤੇ ਉਸ ਸਮੇਂ ਭੀੜ ਜ਼ਿਆਦੀ ਸੀ ਆਪਣੀ ਦੁਕਾਨ ਦੇ ਉੱਤੇ ਜਿੱਥੇ ਸਮਾਨ ਰੱਖਦੇ ਸਨ। ਤੇ ਭਾਈ ਭੀਵੇ ਨੇ ਲਿਖਣਾ ਭੁੱਲ ਗਏ ਵੀ ਕੌਣ ਦੇ ਕੇ ਗਿਆ ਕੌਣ ਨਹੀਂ ਦੇ ਕੇ ਗਿਆ। ਮੋਹਰਾਂ ਦੀ ਥੈਲੀ ਫੜੀ, ਜੇ ਜਗ੍ਹਾ ਦੇ ਉੱਤੇ ਰੱਖਦੇ ਸੀ ਉੱਥੇ ਰੱਖ ਦਿੱਤੀ, ਤੇ ਭੁੱਲ ਗਏ। ਨਾਲ ਲਿਖਿਆ, ਨਾਮ ਹੀ ਲਿਖਿਆ ਵਹੀ ਦੇ ਵਿੱਚ, ਕੁਛ ਵੀ ਨਹੀਂ ਲਿਖਿਆ। 5 ਸਾਲ ਲੰਘ ਗਏ। 5 ਸਾਲਾਂ ਬਾਅਦ ਉਹ ਜਿਹੜਾ ਮੁਗਲ ਸੀ ਉਹ ਫਿਰ ਵਾਪਸ ਆਇਆ, ਦਿੱਲੀ ਤੋਂ ਵਾਪਸ ਆਇਆ। ਤੇ ਆਣ ਕੇ ਉਹਨੇ ਕਿਹਾ ਭਾਈ ਮੇਰੀਆਂ ਤੁਹਾਡੇ ਕੋਲ ਮੋਹਰਾਂ ਆ, ਮੋਹਰਾਂ ਦੀ ਥੈਲੀ ਆ, ਮੇਰੀਆਂ 7100 ਮੋਹਰਾਂ ਵਾ ਉਹਦੇ ਵਿੱਚ ਥੈਲੀ ਦੇ ਵਿੱਚ, ਮੈਨੂੰ ਦਿਓ। ਇਹਨਾਂ ਕਿਹਾ ਭਾਈ ਤੂੰ ਕੌਣ, ਭੁੱਲ ਗਏ ਸੀ ਲਿਖਣਾ। ਕਹਿੰਦੇ ਚੱਲ ਦੇਖਦੇ ਵਹੀ ਖਾਤਾ। ਵਹੀ ਖਾਤਾ ਦੇਖਿਆ, ਲਿਖਿਆ ਕਿਸੇ ਦਾ ਨਾਮ ਨਹੀਂ। ਤੇ ਜਦੋਂ ਕੋਈ ਨਾਮ ਨਾ ਨਿਕਲਿਆ, ਇਹਨੇ ਕਿਹਾ ਭਾਈ ਤੇਰਾ ਕੁਛ ਨਹੀਂ ਸਾਡੇ ਕੋਲ, ਤੂੰ ਤੇ ਐਵੇਂ ਜਾਣ ਕੇ ਸਾਨੂੰ ਝੂਠ ਬੋਲਦਾ। 5 ਸਾਲ ਦਾ ਸਮਾਂ ਬਹੁਤ ਹੁੰਦਾ, ਬੰਦਾ ਭੁੱਲ ਜਾਂਦਾ। ਇਹ ਭੁੱਲ ਗਏ ਤੇ ਇਹਨਾਂ ਦੀ ਲੜਾਈ ਹੋ ਗਈ ਆਪਸ 'ਚ। ਮੁਗਲ ਕਹਿੰਦਾ ਮੈਂ ਮੋਹਰਾਂ ਲੈਣੀਆਂ, ਇਹ ਕਹਿੰਦੇ ਅਸੀਂ ਮੋਹਰਾਂ ਦੇਣੀਆਂ ਨਹੀਂ ਜਦੋਂ ਅਸੀਂ ਤੇਰੇ ਕੋਲ ਲਿਆ ਕੁਛ ਨਹੀਂ। ਤੇ ਉਹ ਗੱਲ ਪਹੁੰਚ ਗਈ ਉੱਥੋਂ ਦੇ ਨਵਾਬ ਕੋਲ। ਨਵਾਬ ਦੇ ਕੋਲ ਝਗੜਾ ਪਹੁੰਚਿਆ ਤੇ ਨਵਾਬ ਨੇ ਹੁਣ ਫੈਸਲਾ ਕਰਨਾ ਸੀ। ਉਹਨੇ ਕਿਹਾ ਵੀ ਚਲੋ ਠੀਕ ਹੈ, ਆਪਣੇ ਆਪਣੇ ਰੱਬ ਨੂੰ ਯਾਦ ਕਰ ਲਓ, ਜਿਹਨੂੰ ਜਿਹਨੂੰ ਤੁਸੀਂ ਯਾਦ ਕਰਨਾ। ਕਹਿੰਦੇ ਜੀ ਠੀਕ ਹੈ, ਜਿਹੜਾ ਸੱਚਾ ਹੋਊਗਾ ਤੇ ਉਹ ਸੱਚਾ ਰਹੇਗਾ, ਜਿਹੜਾ ਝੂਠਾ ਹੋਏਗਾ ਉਹ ਨਿੱਤਰ ਆਏਗਾ। ਗੱਲ ਇੰਜ ਬਣੀ ਕਿ ਨਵਾਬ ਨੇ ਤੇਲ ਦਾ ਕੜਾਹਾ ਤਪਾਇਆ, ਗਰਮ ਕੀਤਾ ਤੇਲ ਗਰਮ ਕਰਕੇ ਤੇ ਦੋਵਾਂ ਨੂੰ ਕਿਹਾ, ਭਾਈ ਭੀਵੇ ਨੂੰ ਤੇ ਉਹ ਜਿਹੜਾ ਨਾਲ ਮੁਗਲ ਸੀ ਉਹਨਾਂ ਨੂੰ ਦੋਵਾਂ ਨੂੰ ਕਿਹਾ ਕਿ ਦੋਵੇਂ ਜਾਣੇ ਇਸ ਗਰਮ ਤੇਲ ਦੇ ਕੜਾਹੇ 'ਚ ਜਿਹੜਾ ਹੱਥ ਰੱਖੋ। ਤੇ ਜਿਹੜਾ ਸਿੱਖ ਸੀ, ਸਿੱਖ ਨੇ ਗੁਰੂ ਸਾਹਿਬ ਦੇ ਅੱਗੇ ਅਰਦਾਸ ਕੀਤੀ ਹੈ। ਭਾਈ ਭੀਵੇ ਨੇ ਕਿ ਮਹਾਰਾਜ ਮੇਰੀ ਲਾਜ ਰੱਖੋ, ਮੇਰਾ ਹੱਥ ਨਾ ਸੜੇ, ਮੈਂ ਆਪ ਜੀ ਨੂੰ ਆਪਣਾ ਮੰਨਦਾ ਤੇ ਮੇਰੀ ਅਰਦਾਸ ਹੈ, ਕਿਰਪਾ ਕਰੋ। ਤੇ ਜਦੋਂ ਉਸ ਤਵ ਦੇ ਤੇਲ ਦੇ ਕੜਾਹੇ 'ਚ ਹੱਥ ਪਾਇਆ, ਮੁਗਲ ਦਾ ਹੱਥ ਸੜ ਗਿਆ ਤੇ ਭਾਈ ਭੀਵੇ ਦਾ ਹੱਥ ਸੜਿਆ ਨਾ। ਜਦੋਂ ਹੱਥ ਬਾਹਰ ਕੱਢੇ ਤੇ ਨਵਾਬ ਕਹਿੰਦਾ ਕਿ ਭਾਈ ਦੇਖ, ਇਹ ਜਿਹੜਾ ਸਿੱਖ ਆ ਇਹ ਸੱਚਾ ਹੈ, ਕਿਉਂਕਿ ਇਹਦਾ ਹੱਥ ਨਹੀਂ ਸੜਿਆ, ਇਹਦੇ ਪਰਮੇਸ਼ਰ ਨੇ, ਇਹਦੇ ਗੁਰੂ ਨੇ ਇਹਨੂੰ ਰੱਖ ਲਿਆ। ਤੇ ਮੁਗਲ ਵੀ ਬੜਾ ਹੈਰਾਨ ਹੋਇਆ ਕਿ ਮੈਂ ਸੱਚਾ ਵਾਂ, ਮੇਰੀਆਂ ਮੋਹਰਾਂ ਇਹਨਾਂ ਦੇ ਕੋਲ ਆ ਜਦੋਂ, ਤੇ ਇਹ ਕੀ ਗੱਲ ਬਣੀ, ਮੇਰਾ ਹੱਥ ਸੜ ਗਿਆ, ਇਹਦਾ ਹੱਥ ਸੜਿਆ ਨਹੀਂ। ਚਲੋ ਮੁਗਲ ਜਿਹੜਾ ਆ ਆਪਣੇ ਘਰ ਚਲਾ ਗਿਆ। ਭਾਈ ਜਿਹੜਾ ਸੀ ਇਹ ਭੀਵਾ, ਇਹ ਵੀ ਆਪਣੇ ਵਾਪਸ ਆਇਆ ਘਰ। ਤੇ ਅੱਗੇ ਭਾਈ ਰੂਪ ਚੰਦ ਨੇ ਕਿਹਾ ਕਿ ਭਾਈ ਸਿੱਖਾ, ਕਿਤੇ ਉਹ ਮੁਗਲ ਸੱਚੀ ਸੱਚ ਨਾ ਬੋਲਦਾ ਹੋਵੇ, ਕਿਉਂ ਨਾ ਆਪਾਂ ਅੰਦਰ ਵੇਖ ਲਈਏ, ਕੀ ਪਤਾ ਉਹਦੀ ਗੁਠਲੀ ਲੱਭ ਜਾਵੇ ਮੋਹਰਾਂ ਵਾਲੀ। ਕਹਿੰਦੇ ਚੱਲ ਗੱਲ ਤੇ ਤੇਰੀ ਠੀਕ ਆ, ਚੱਲ ਲੱਭ ਲੈਂਦੇ ਆ। ਜਦੋਂ ਵੇਖਿਆ ਤੇ ਅੰਦਰ ਮੋਹਰਾਂ ਦੀ ਥੈਲੀ ਲੱਭ ਗਈ। ਜਦੋਂ ਮੋਹਰਾਂ ਦੀ ਥੈਲੀ ਲੱਭੀ ਤੇ ਉਹਨਾਂ ਨੇ ਜਾ ਕੇ ਮੁਗਲ ਦਾ ਘਰ ਦਾ ਦਰਵਾਜ਼ਾ ਖੜਕਾਇਆ ਕਿ ਵੀਰ ਆ ਫੜ ਤੇਰੀਆਂ ਮੋਹਰਾਂ, ਤੇ ਤੂੰ ਆਪਣੀਆਂ ਮੋਹਰਾਂ ਰੱਖ ਆਪਣੇ ਕੋਲ, ਤੇ ਸਾਡੇ ਕੋਲ ਗਲਤੀ ਹੋ ਗਈ ਬੜੀ ਵੱਡੀ, ਅਸੀਂ ਤੇਰੇ ਤੋਂ ਖਿਮਾ ਮੰਗਦੇ। ਉਹਨੇ ਕਿਹਾ ਚਲੋ ਗਲਤੀ ਛੱਡੋ, ਮੈਨੂੰ ਇਹ ਦੱਸੋ ਕਿ ਤੁਹਾਡਾ ਗੁਰੂ ਕੌਣ ਆ ਜਿਹਨੇ ਤੁਹਾਡਾ ਹੱਥ ਹੀ ਨਹੀਂ ਸੜਨ ਦਿੱਤਾ, ਤੁਸੀਂ ਨਾਲੇ ਝੂਠੇ ਸੀ ਨਾਲੇ ਤੁਹਾਡਾ ਹੱਥ ਨਹੀਂ ਸੜਿਆ, ਮੈਨੂੰ ਦੱਸੋ ਤੁਹਾਡਾ ਗੁਰੂ ਕੌਣ ਹੈ। ਇਹਨੇ ਕਿਹਾ ਸਾਡਾ ਗੁਰੂ ਅੰਮ੍ਰਿਤਸਰ ਦੀ ਧਰਤੀ ਤੇ ਗੁਰੂ ਅਰਜਨ ਸਾਹਿਬ ਮਹਾਰਾਜ। ਇਹ ਕਹਿੰਦਾ ਮੈਂ ਤੁਹਾਡੇ ਗੁਰੂ ਦੇ ਦਰਸ਼ਨ ਕਰਨੇ। ਲੈ ਆਏ ਸਤਿਗੁਰਾਂ ਦੇ ਕੋਲ, ਤੇ ਇਹਨਾਂ ਨੇ ਸਿੱਖਾਂ ਨੇ ਆਪਣੀ ਭੇਟਾ ਪੰਜ ਮੋਹਰਾਂ ਕਹੀਆਂ ਸੀ ਕਿ ਮਹਾਰਾਜ ਤੁਹਾਡੇ ਹਜ਼ੂਰ ਹਾਜ਼ਰ ਕਰਾਂਗੇ ਜਦੋਂ ਅੰਮ੍ਰਿਤਸਰ ਦੀ ਧਰਤੀ ਤੇ ਆਵਾਂਗੇ। ਇਹਨਾਂ ਨੇ 5 ਮੋਹਰਾਂ ਰੱਖ ਕੇ ਸਿੱਖਾਂ ਨੇ ਮੱਥਾ ਟੇਕਿਆ ਦੋਵਾਂ ਨੇ। ਮੁਗਲ ਨੇ ਵੀ ਦਰਸ਼ਨ ਕੀਤੇ ਆ, ਨਮਸਕਾਰ ਕੀਤੀ ਹੈ ਸਤਿਗੁਰਾਂ ਨੂੰ, ਤੇ ਸਵਾਲ ਕੀਤਾ ਇਸ ਮੁਗਲ ਨੇ ਕਿ ਮਹਾਰਾਜ ਮੈਨੂੰ ਇਹ ਦੱਸੋ ਕਿ ਇਹ ਝੂਠੇ ਸੀ, ਇਹਨਾਂ ਦਾ ਹੱਥ ਜਿਹੜਾ ਉਹ ਨਹੀਂ ਸੜਿਆ, ਮੈਂ ਸੱਚਾ ਸੀ ਮੇਰਾ ਹੱਥ ਸੜ ਗਿਆ, ਇਹ ਕੀ ਗੱਲ ਹੋਈ। ਕਿ ਸਤਿਗੁਰਾਂ ਨੇ ਬਚਨ ਕੀਤਾ ਭਾਈ ਇਹਨਾਂ ਦਾ ਨਿਸ਼ਚਾ ਇੱਕ ਗੁਰੂ ਤੇ ਸੀ, ਇਸ ਕਰਕੇ ਇਹਨਾਂ ਦਾ ਹੱਥ ਨਹੀਂ ਸੜਿਆ। ਤੇਰਾ ਨਿਸ਼ਚਾ ਜਿਹੜਾ ਸੀ ਉਹ ਬਹੁਤਿਆਂ ਪੀਰਾਂ ਤੇ ਸੀ, ਕਿਸੇ ਤੂੰ ਕਿਤੇ ਕਿਸੇ ਪੀਰ ਨੂੰ ਧਿਆਉਣ ਲੱਗ ਪੈਂਦਾ ਸੀ, ਕਿਤੇ ਕਿਸੇ ਪੀਰ ਨੂੰ ਯਾਦ ਕਰਨ ਲੱਗ ਪੈਂਦਾ ਸੀ। ਤੂੰ ਯਾਦ ਕਰ, ਨਵਾਬ ਨੇ ਗੱਲ ਕਹੀ ਸੀ ਨਾ ਕਿ ਆਪਣੇ ਪਰਮੇਸ਼ਰ ਨੂੰ ਯਾਦ ਕਰ ਲਓ, ਆਪਣੇ ਰੱਬ ਨੂੰ ਯਾਦ ਕਰ ਲਓ। ਤੇ ਇਹਨਾਂ ਸਿੱਖਾਂ ਨੇ ਸਿਰਫ ਮੈਨੂੰ ਯਾਦ ਕੀਤਾ ਤੇ ਮੈਂ ਇਹਨਾਂ ਦੀ ਰੱਖਿਆ ਕੀਤੀ। ਤੂੰ ਕਿਤੇ ਕਿਸੇ ਪੀਰ ਨੂੰ ਯਾਦ ਕਰਨ ਲੱਗ ਪੈਂਦਾ ਸੀ, ਕਿਤੇ ਕਿਸੇ ਪੀਰ ਨੂੰ ਯਾਦ ਕਰਨ ਲੱਗ ਪੈਂਦਾ ਸੀ, ਇਸ ਕਰਕੇ ਤੇਰਾ ਜਿਹੜਾ ਹੱਥ ਸੜਿਆ, ਸਿੱਖਾਂ ਦਾ ਹੱਥ ਜਿਹੜਾ ਉਹ ਨਹੀਂ ਸੜਿਆ। ਇਸ ਤਰ੍ਹਾਂ ਉਹ ਜਿਹੜਾ ਮੁਗਲ ਸੀ ਉਹ ਵੀ ਸਤਿਗੁਰਾਂ ਦੇ ਚਰਨੀ ਲੱਗਾ ਤੇ ਉਹਦਾ ਵੀ ਜਿਹੜਾ ਕਲਿਆਣ ਹੋਇਆ। ਤੇ ਸਤਿਗੁਰਾਂ ਨੇ ਕਿਹਾ ਕਿ ਭਾਈ ਜਿਹੜੀ ਇਸਤਰੀ ਇੱਕ ਪੁਰਖ ਦੀ ਹੁੰਦੀ ਹੈ ਉਹ ਸਦਾ ਸੁਖੀ ਰਹਿੰਦੀ ਹੈ, ਜਿਹੜੀ ਇਸਤਰੀ ਤਰ੍ਹਾਂ ਤਰ੍ਹਾਂ ਦੇ ਪੁਰਖਾਂ ਦੇ ਕੋਲ ਜਾਂਦੀ ਹੈ ਉਹ ਸਦਾ ਸੁਖੀ ਨਹੀਂ ਰਹਿੰਦੀ। ਇਸ ਕਰਕੇ ਇੱਕ ਨੂੰ ਪਰਮੇਸ਼ਰ ਮੰਨ ਕੇ ਉਹਦੇ ਚਰਨਾਂ 'ਚ ਢਹਿਣਾ ਚਾਹੀਦਾ। ਇਸ ਤਰ੍ਹਾਂ ਇਹ ਮੁਗਲ ਵੀ ਸਤਿਗੁਰਾਂ ਦਾ ਫਿਰ ਸਿੱਖ ਹੋਇਆ। ਅੱਗੇ ਸਾਖੀ ਹੈ ਭਾਈ ਪ੍ਰਤਾਪੂ ਸੂਰਮੇ ਦੀ। ਇਹ ਆਇਆ ਹੈ ਸਤਿਗੁਰਾਂ ਦੇ ਹਜ਼ੂਰ
ਇਹਨੇ ਬੇਨਤੀ ਕੀਤੀ ਹੈ, ਅਰਦਾਸ ਕੀਤੀ ਹੈ ਕਿ ਮਹਾਰਾਜ ਅਸੀਂ ਸ਼ਸਤਰ ਚਲਾਉਣਾ ਜਾਣਦਾ ਮੈਂ, ਤੇ ਸ਼ਸਤਰਾਂ ਦੀ ਮੈਨੂੰ ਸਾਰਾ ਗਿਆਨ ਹੈ, ਤੇ ਮੇਰਾ ਉਧਾਰ ਕਿਵੇਂ ਹੋਏਗਾ, ਮੈਂ ਤੇ ਮਾਰਦਾ ਵਾਂ ਲੋਕਾਂ ਨੂੰ। ਤੇ ਸਤਿਗੁਰਾਂ ਨੇ ਕਿਹਾ ਹੈ, ਗੁਰੂ ਅਰਜਨ ਸਾਹਿਬ ਮਹਾਰਾਜ ਨੇ ਕਹਿੰਦੇ ਕਿ ਭਾਈ ਜਿਹੜਾ ਕਾਲ ਆ ਨਾ, ਕਾਲ ਮੌਤ ਆ, ਉਸ ਮੌਤ ਨੇ ਆਉਣਾ ਹੀ ਆਉਣਾ ਹੈ। ਮੌਤ ਦਾ ਕੋਈ ਪਤਾ ਨਹੀਂ ਕਦੋਂ ਆ ਜਾਵੇ, ਮੌਤ ਦਾ ਪੱਕਾ ਹੈ ਕਿ ਉਹਨੇ ਆਉਣਾ ਹੀ ਆਉਣਾ ਹੈ। ਪਰ ਜਦੋਂ ਕਾਲ ਨਾ ਆਵੇ, ਜਦੋਂ ਸਮਾਂ ਨਾ ਬਣੇ, ਉਦੋਂ ਕਾਲ ਵੀ ਰੱਖਿਆ ਕਰਦਾ, ਉਦੋਂ ਸਮਾਂ ਵੀ ਰੱਖਿਆ ਕਰਦਾ। ਭਾਵ ਜਦੋਂ ਮੌਤ ਦਾ ਸਮਾਂ ਨਾ ਆਵੇ, ਉਸ ਦਿਨ ਆਪਾਂ ਗੱਲ ਕੀਤੀ ਸੀ ਸਮਾਂ, ਸਥਾਨ ਤੇ ਪਰਿਸਥਿਤੀ, ਇਹ ਤਿੰਨ ਗੱਲਾਂ ਸਤਿਗੁਰਾਂ ਨੇ ਕਹੀਆਂ ਸੀ ਕਿ ਜਦੋਂ ਸਮਾਂ, ਸਥਾਨ ਤੇ ਪਰਿਸਥਿਤੀ, ਹਾਲਾਤ ਇੱਕੋ ਜਿਹੇ ਹੋਣ, ਉਦੋਂ ਮੌਤ ਆਉਂਦੀ ਹੈ। ਤੇ ਇਹਨੇ ਸਤਿਗੁਰਾਂ ਨੂੰ ਕਿਹਾ ਕਿ ਮਹਾਰਾਜ ਮੇਰਾ ਕਿਵੇਂ ਕਲਿਆਣ ਹੋਵੇ। ਤੇ ਮਹਾਰਾਜ ਨੇ ਕਿਹਾ ਕਿ ਭਾਈ ਜਦੋਂ ਕਾਲ ਆਵੇਗਾ, ਸਮਾਂ ਆਵੇਗਾ, ਉਦੋਂ ਹੀ ਮੌਤ ਹੁੰਦੀ ਬੰਦੇ ਦੀ। ਉਸ ਤਰ੍ਹਾਂ ਮੌਤ ਵੀ ਬੰਦੇ ਦੀ ਰੱਖਿਆ ਕਰਦੀ ਹੈ। ਤੇ ਭਾਈ ਤੂੰ ਸੂਰਮਾ ਹੈ, ਤੇ ਤੈਨੂੰ ਚਾਹੀਦਾ ਕਿ ਧਰਮ ਦਾ ਯੁੱਧ ਕਰੇ, ਤੂੰ ਧਰਮ ਯੁੱਧ ਤੋਂ ਪਿੱਛੇ ਨਾ ਹਟ, ਯੁੱਧ ਤੂੰ ਜ਼ਰੂਰ ਕਰ। ਤੇ ਜੋ ਵੀ ਤੇਰੇ ਕੁਝ ਹੁੰਦਾ ਹੈ, ਤੇਰੇ ਕੋਲ ਹੁੰਦਾ, ਜੋ ਵੀ ਤੈਨੂੰ ਤਨਖਾਹ ਮਿਲਦੀ ਹੈ, ਉਹਦੇ ਵਿੱਚੋਂ ਵੰਡ ਕੇ ਛਕ, ਦਾਨ ਕਰ। ਇਹਦੇ ਨਾਲ ਤੇਰੇ ਸ਼ਸਤਰਾਂ ਦੇ ਵਿੱਚ ਵੀ ਬਰਕਤ ਪਊਗੀ, ਤੇਰੀ ਸ਼ਸਤਰ ਵਿਦਿਆ ਵੀ ਵਧੂਗੀ, ਤੇ ਤੇਰਾ ਜਸ ਵੀ ਹੋਊਗਾ। ਤੂੰ ਸਾਰਿਆਂ ਨਾਲ ਵੰਡ ਕੇ ਛਕ। ਤੇ ਜਸ ਜਿਹੜਾ ਹੁੰਦਾ ਹੈ ਉਹ ਅੰਮ੍ਰਿਤ ਦੇ ਸਮਾਨ ਹੁੰਦਾ ਹੈ, ਪਰਮੇਸ਼ਰ ਦਾ ਜਸ, ਪਰਮੇਸ਼ਰ ਦਾ ਜਸ ਕਰਿਆ ਕਰ। ਤੇ ਪਰਮੇਸ਼ਰ ਦਾ ਅਪਜਸ ਜਿਹੜਾ ਹੁੰਦਾ ਹੈ ਉਹ ਬਿਖਾ ਦੇ ਸਮਾਨ ਹੁੰਦਾ। ਪਰਮੇਸ਼ਰ ਨੂੰ ਮਾੜਾ ਨਹੀਂ ਕਹਿਣਾ, ਪਰਮੇਸ਼ਰ ਨੂੰ ਯਾਦ ਕਰਨਾ ਹੈ, ਤੇਰਾ ਵੀ ਕਲਿਆਣ ਹੋਵੇਗਾ ਤੇ ਤੇਰੇ ਪਰਿਵਾਰ ਦਾ ਵੀ ਕਲਿਆਣ ਹੋਵੇਗਾ। ਇਸ ਤਰ੍ਹਾਂ ਇਸ ਭਾਈ, ਇਸ ਵਾਹਿਗੁਰੂ, ਇਸ ਤਰ੍ਹਾਂ ਭਾਈ ਪ੍ਰਤਾਪੂ ਦਾ ਜਿਹੜਾ ਹੈ ਉਹ ਕਲਿਆਣ ਹੋਇਆ। ਫਿਰ ਅੱਗੇ ਸਾਖੀਏ ਭਾਈ ਨੰਦਾ ਵਿਛੜ ਸਾਮੀ ਦਾਸ ਤੇ ਵਿਸ਼ੇਰ ਥਨੇਸਰ ਦੇ ਰਹਿਣ ਵਾਲੇ ਸਨ। ਆਏ ਗਏ ਸਿੱਖਾਂ ਦੀ ਬੜੀ ਟਹਿਲ ਕਰਦੇ ਸੀ, ਕਿਰਤ ਕਰਦੇ ਸੀ, ਤੇ ਇੱਕ ਹੀ ਬਚਨ ਬੋਲਦੇ, ਜ਼ਿਆਦਾ ਬੋਲਦੇ ਨਹੀਂ ਸੀ, ਬਹੁਤ ਘੱਟ ਬੋਲਦੇ ਸੀ। ਇੱਕ ਅੱਧਾ ਬਚਨ ਹੀ ਕਰਦੇ ਸੀ ਸਾਰੇ ਦਿਨ ਦੇ ਵਿੱਚ, ਤੇ ਗੁਰੂ ਨੂੰ ਸਿਮਰਦੇ ਰਹਿੰਦੇ ਸੀ, ਗੁਰੂ ਸਾਹਿਬ ਨੂੰ ਹਮੇਸ਼ਾ ਬਾਣੀ ਪੜ੍ਹਦੇ ਰਹਿੰਦੇ ਸਨ। ਇਸ ਕਰਕੇ ਇਲਾਕੇ ਦਿਆਂ ਸਿੱਖਾਂ ਨੇ ਇਹਨਾਂ ਦਾ ਨਾਮ ਇੱਕ ਸੁਖਨੀਆ ਪਾਤਾ ਸੀ, ਭਾਵ ਇੱਕੋ ਬੁੱਲ ਬੋਲਣ ਵਾਲੇ। ਤੇ ਬਚਨ ਹੋਇਆ ਸਤਿਗੁਰਾਂ ਦਾ ਇਹਨਾਂ ਨੂੰ, ਤੇ ਕਿ ਭਾਈ ਤੁਸੀਂ ਆਪਣਾ ਜੀਵਨ ਬੜਾ ਚੰਗਾ ਜਿਉਂਦੇ, ਆਏ ਗਏ ਸਿੱਖਾਂ ਦੀ ਕਿਰਤ ਕਰਦੇ ਹੋ, ਆਏ ਗਏ ਸਿੱਖਾਂ ਦੀ ਟਹਿਲ ਕਰਦੇ ਹੋ, ਕਿਰਤ ਕਰਕੇ ਖਾਂਦੇ ਹੋ, ਘੱਟ ਬੋਲਦੇ ਹੋ, ਪਰਮੇਸ਼ਰ ਦੀ ਬਾਣੀ ਪੜ੍ਹਦੇ ਹੋ, ਤੇ ਤੁਹਾਡਾ ਜਿਹੜਾ ਹੈ ਉਹ ਕਲਿਆਣ ਹੋਵੇਗਾ। ਤੁਸੀਂ ਇਸੇ ਤਰ੍ਹਾਂ ਪ੍ਰਸ਼ਾਦਾ ਪਕਾ ਕੇ ਛਕਾਉਣਾ ਹੈ ਸਿੱਖਾਂ ਨੂੰ, ਤੇ ਬਸਤਰ ਪਹਿਨਣ ਵਾਸਤੇ ਦੇਣੇ ਆ ਜੇ ਕੋਈ ਸਿੱਖ ਤੁਹਾਡੇ ਕੋਲ ਆਵੇ। ਇਸੇ ਤਰ੍ਹਾਂ ਆਪਣਾ ਜੀਵਨ ਜੀਵੋਗੇ, ਬਾਣੀ ਪੜ੍ਹੋਗੇ, ਸਿਮਰਨ ਕਰੋਗੇ, ਤੁਹਾਡਾ ਵੀ ਕਲਿਆਣ ਹੋਵੇਗਾ, ਤੁਹਾਡੇ ਧੀਆਂ ਪੁੱਤਰਾਂ ਦਾ ਵੀ ਕਲਿਆਣ ਹੋਵੇਗਾ। ਤੁਸੀਂ ਸਾਰੇ ਜਿਹੜੇ ਹੈ ਮੁਕਤੀ ਨੂੰ ਪ੍ਰਾਪਤ ਹੋਵੋਗੇ। ਤੇ ਬਾਣੀ ਜਿਹੜੀ ਆ ਪੜ੍ਹਨੀ ਨਹੀਂ ਛੱਡਣੀ। ਇਸ ਤਰ੍ਹਾਂ ਇਹਨਾਂ ਨੇ ਘਰ ਦੇ ਵਿੱਚ ਬਾਣੀ ਪੜ੍ਹਨੀ ਨਹੀਂ ਛੱਡੀ, ਤੇ ਆਏ ਗਏ ਸਿੱਖ ਦੀ ਟਹਿਲ ਕਰਨੀ, ਘੱਟ ਬੋਲਣਾ ਤੇ ਕਿਰਤ ਕਰਨੀ, ਇਹ ਇਹਨਾਂ ਦਾ ਨਿੱਤ ਦਾ ਜੀਵਨ ਸੀ। ਅੱਗੇ ਸਾਖੀ ਹੈ ਭਾਈ ਗੋਪੀ ਮਹਿਤਾ, ਭਾਈ ਤੀਰਥ, ਭਾਈ ਨੱਥਾ ਤੇ ਭਾਈ ਭਾਊ ਮੋਕਲ ਤੇ ਭਾਈ ਢਿੱਲੀ ਮੰਡਲ। ਇਹ ਸਤਿਗੁਰਾਂ ਦੀ ਸ਼ਰਨ ਆਏ ਆ। ਬਾਣੀ ਪੜ੍ਹਨ ਵਾਲੇ ਸਿੱਖ ਨੇ, ਬਾਣੀ ਬਹੁਤ ਯਾਦ ਹੈ ਇਹਨਾਂ ਨੂੰ। ਗੁਰੂ ਨਾਨਕ ਸਾਹਿਬ ਦੀ ਬਾਣੀ, ਗੁਰੂ ਅੰਗਦ ਸਾਹਿਬ ਦੀ ਬਾਣੀ, ਗੁਰੂ ਅਮਰਦਾਸ ਜੀ ਦੀ ਬਾਣੀ, ਗੁਰੂ ਅਰਜਨ ਸਾਹਿਬ ਤੱਕ ਦੀਆਂ ਬਾਣੀਆਂ ਜਿੰਨੀਆਂ ਵੀ ਸਨ ਇਹਨਾਂ ਨੂੰ ਯਾਦ ਸਨ। ਇਹ ਸਤਿਗੁਰਾਂ ਦੀ ਸ਼ਰਨ ਆਏ ਆ, ਤੇ ਆਣ ਕੇ ਇਹਨਾਂ ਨੇ ਬੇਨਤੀ ਕੀਤੀ ਹੈ ਕਿ ਮਹਾਰਾਜ ਤੁਹਾਡੀ ਜਿਹੜੀ ਬਾਣੀ ਹੈ ਉਹ ਸੁਣ ਕੇ ਬੜਾ ਹੀ ਸੁੱਖ ਪ੍ਰਾਪਤ ਹੁੰਦਾ ਹੈ। ਸਤਿਗੁਰੂ ਤੁਹਾਡੀ ਜਦੋਂ ਬਾਣੀ ਸੁਣਦੇ ਆ ਸਾਨੂੰ ਬੜਾ ਹੀ ਸੁੱਖ ਪ੍ਰਾਪਤ ਹੁੰਦਾ ਹੈ। ਪਰ ਮਹਾਰਾਜ ਇੱਕ ਬੇਨਤੀ ਹੈ ਤੁਹਾਡੇ ਅੱਗੇ। ਸਤਿਗੁਰੂ ਕਹਿੰਦੇ ਕੀ? ਕਹਿੰਦੇ ਕਿ ਪ੍ਰਿਥੀ ਮਲ ਤੇ ਮਹਾਦੇਵ ਜਿਹੜੇ ਤੁਹਾਡੇ ਭਰਾ ਹਨ ਸੋਢੀ, ਤੇ ਇਹਨਾਂ ਦੇ ਪੁੱਤਰ ਮਿਹਰਬਾਨ, ਜਿਹੜੇ ਪ੍ਰਿਥੀ ਮਲ ਦਾ ਜਿਹੜਾ ਪੁੱਤਰ ਮਿਹਰਬਾਨ, ਇਹ ਜਿਹੜਾ ਆ ਇਹਨਾਂ ਨੇ ਆਪ ਵੀ ਬਾਣੀ ਰਚਨੀ ਸ਼ੁਰੂ ਕਰ ਦਿੱਤੀ ਹੈ ਮਹਾਰਾਜ। ਤੇ ਸਤਿਗੁਰੂ ਇਹਨਾਂ ਦੀ ਬਾਣੀ ਜਿਹੜੀ ਆ ਉਹਨਾਂ ਨੇ ਭੋਗ ਵੀ ਗੁਰੂ ਨਾਨਕ ਸਾਹਿਬ ਦਾ ਨਾਮ ਲੈ ਕੇ ਪਾਇਆ। ਤਿੰਨ ਪੀ ਬਾਣੀ ਔਰ ਬਣਾਈ, ਭੋਗ ਗੁਰੂ ਨਾਨਕ ਕਾ ਪਾਈ। ਇਹਨਾਂ ਨੇ ਵੀ ਮਿਹਰਬਾਨ ਪੁੱਤਰ ਪ੍ਰਿਥੀਏ ਕਾ ਕਵੀਸ਼ਰੀ ਕਰੇ, ਹਿੰਦੀ, ਸੰਸਕ੍ਰਿਤ, ਪਾਰਸੀ ਨਾਲੇ ਗੁਰਮੁਖੀ ਪੜ੍ਹੇ। ਤਿੰਨ ਪੀ ਬਾਣੀ ਬਹੁਤ ਬਣਾਈ, ਭੋਗ ਗੁਰੂ ਨਾਨਕ ਜੀ ਕਾ ਪਾਈ। ਸੋ ਸਤਿਗੁਰਾਂ ਨੂੰ ਇਹਨਾਂ ਸਿੱਖਾਂ ਨੇ ਆਣ ਕੇ ਬੇਨਤੀ ਕੀਤੀ ਹੈ ਕਿ ਪਾਤਸ਼ਾਹ ਇਹਨਾਂ ਨੇ ਵੀ ਬਾਣੀ ਰਚੀ ਆ, ਤੇ ਇਹਨਾਂ ਦੀ ਬਾਣੀ ਪੜ੍ਹਨ ਦੇ ਨਾਲ ਚਤੁਰਾਈ ਬੜੀ ਵੱਧਦੀ ਆ, ਚਤੁਰਤਾ ਆਉਂਦੀ ਆ, ਅਭਿਮਾਨ ਆਉਂਦਾ ਹੈ, ਹੰਕਾਰ ਆਉਂਦਾ ਹੈ।
ਪਰ ਮਹਾਰਾਜ ਮਨ ਨੂੰ ਸ਼ਾਂਤੀ ਨਹੀਂ ਆਉਂਦੀ। ਤੇ ਉਸ ਸਮੇਂ ਸਤਿਗੁਰਾਂ ਨੇ ਭਾਈ ਗੁਰਦਾਸ ਜੀ ਲਾਗੇ ਖੜੇ ਸਨ ਕੋਲ ਹੀ, ਤੇ ਭਾਈ ਗੁਰਦਾਸ ਜੀ ਨੂੰ ਕਿਹਾ ਹੈ ਕਿ ਭਾਈ ਗੁਰਦਾਸ ਜੀ ਮੀਣੇ ਪਾਉਣ ਲੱਗੇ ਨੇ ਰਲਾ, ਵਿੱਚ ਨਾ ਰਲਾ ਕਰੀਏ। ਸਤਿਗੁਰ ਕਹਿੰਦੇ ਭਾਈ ਗੁਰਦਾਸ ਜੀ ਹੁਣ ਜਿਹੜੇ ਇਹ ਮੀਣੇ ਲੋਕ ਹਨ, ਭਾਵ ਸਾਡੇ ਭਰਾਤਾ ਪ੍ਰਿਥੀ ਚੰਦ ਤੇ ਇਹਨਾਂ ਦੇ ਪੁੱਤਰ ਮਿਹਰਬਾਨ ਹੋਣੀ, ਇਹ ਹੁਣ ਗੁਰਬਾਣੀ ਦੇ ਵਿੱਚ ਰਲਾ ਪਾਉਣ ਲੱਗ ਪਏ ਆ। ਹੁਣ ਤੇ ਸਿੱਖਾਂ ਨੂੰ ਪਤਾ ਹੈ ਕਿ ਕਿਹੜੀ ਬਾਣੀ ਸੱਚੀ ਹੈ ਤੇ ਕਿਹੜੀ ਝੂਠੀ ਹੈ, ਹੁਣ ਤੇ ਪਤਾ ਹੈ ਸਿੱਖਾਂ ਨੂੰ, ਪਰ ਆਉਣ ਵਾਲੇ ਭਵਿੱਖ ਦੇ ਵਿੱਚ ਸਿੱਖਾਂ ਨੂੰ ਪਤਾ ਨਹੀਂ ਲੱਗਣਾ। ਇਸ ਕਰਕੇ ਕਿਉਂ ਨਾ ਆਪਾਂ ਗੁਰਬਾਣੀ ਨੂੰ ਵੱਖ ਕਰੀਏ ਤੇ ਇੱਕ ਗ੍ਰੰਥ ਦੀ ਰਚਨਾ ਕਰੀਏ। ਭਾਈ ਗੁਰਦਾਸ ਜੀ ਨੇ ਨਮਸਕਾਰ ਕੀਤੀ ਹੈ ਕਿ ਮਹਾਰਾਜ ਜਿਵੇਂ ਆਪ ਜੀ ਦਾ ਹੁਕਮ ਹੈ। ਭਾਈ ਗੁਰਦਾਸ ਜੀ ਨੂੰ ਫਿਰ ਨਾਲ ਬਾਬਾ ਬੁੱਢਾ ਜੀ ਨੂੰ ਭੇਜਿਆ ਹੈ। ਇਹਨਾਂ ਨੇ ਕਿਹਾ ਕਿ ਜਿੰਨੀ ਵੀ ਅਸੀਂ ਬਾਣੀ ਜਾਂ ਸਾਡੇ ਪਿਤਾ ਜੀ ਦੀ ਬਾਣੀ ਹੈ ਉਹਨੂੰ ਇੱਕ ਜਗ੍ਹਾ ਦੇ ਉੱਤੇ ਇਕੱਠਾ ਕਰੋ, ਤੇ ਨਾਲ ਹੀ ਤੁਸੀਂ ਜਾ ਕੇ ਗੋਇੰਦਵਾਲ ਸਾਹਿਬ ਤੋਂ ਬਾਬਾ ਮੋਹਨ ਜੀ ਪਾਸੋਂ ਜਿਹੜੀਆਂ ਪੋਥੀਆਂ ਲੈ ਆਓ। ਬਾਬਾ ਮੋਹਨ ਜੀ ਪਾਸ ਗਏ ਆ, ਜੋ ਸਾਡਾ ਇਤਿਹਾਸ ਕਹਿੰਦਾ, ਤੇ ਉਹਨਾਂ ਨੇ ਨਹੀਂ ਪੋਥੀਆਂ ਦਿੱਤੀਆਂ। ਭਾਈ ਗੁਰਦਾਸ ਜੀ ਨੇ ਆਣ ਕੇ ਕਿਹਾ ਕਿ ਸਤਿਗੁਰੂ ਉਹਨਾਂ ਨੇ ਪੋਥੀਆਂ ਦੇਣ ਤੋਂ ਮਨਾ ਕਰ ਦਿੱਤਾ ਹੈ, ਸਾਨੂੰ ਕੋਈ ਵੀ ਪੋਥੀ ਨਹੀਂ ਦਿੱਤੀ, ਤੇ ਮਹਾਰਾਜ ਤੁਸੀਂ ਆਪ ਜਾ ਕੇ ਲੈ ਆਓ। ਤੇ ਸਤਿਗੁਰੂ ਧੰਨ ਗੁਰੂ ਅਰਜਨ ਸਾਹਿਬ ਗਏ ਆ ਉਸ ਜਗ੍ਹਾ ਦੇ ਉੱਤੇ, ਗੋਇੰਦਵਾਲ ਦੀ ਧਰਤੀ ਤੇ। ਉੱਥੇ ਜਾ ਕੇ ਬਾਬਾ ਮੋਹਨ ਜੀ ਦਾ ਜੋ ਚੁਬਾਰਾ ਹੈ, ਪਹਿਲੋਂ ਸਤਿਗੁਰੂ ਬਾਲੀ 'ਚ ਸਤਿਗੁਰਾਂ ਨੇ ਇਸ਼ਨਾਨ ਕੀਤਾ ਹੈ। ਗੁਰੂ ਅਰਜਨ ਦੇਵ ਮਹਾਰਾਜ ਨੇ ਨਮਸਕਾਰ ਕੀਤੀ ਹੈ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਅਸਥਾਨ ਦੇ ਉੱਤੇ। ਨਮਸਕਾਰ ਕਰਕੇ ਤੇ ਉਹ ਜਿਹੜਾ ਮੋਹਨ ਜੀ ਦਾ ਚੁਬਾਰਾ ਹੈ ਅੱਜ ਵੀ ਉੱਥੇ ਸਥਾਪਿਤ ਹੈ ਗੋਇੰਦਵਾਲ ਦੀ ਧਰਤੀ ਤੇ। ਜਦੋਂ ਜਿੱਥੇ ਤੁਸੀਂ ਜਾਓ ਉਸ ਜਗ੍ਹਾ ਦੇ ਉੱਤੇ ਧੰਨ ਗੁਰੂ ਅਰਜਨ ਸਾਹਿਬ ਦਾ ਜਨਮ ਵੀ ਉਸ ਜਗ੍ਹਾ ਦੇ ਉੱਤੇ ਹੋਇਆ। ਇੱਥੇ ਜਾ ਕੇ ਫਿਰ ਦਰਵਾਜ਼ੇ ਬੰਦ ਸਨ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਬਾਹਰ ਬੈਠ ਕੇ ਆ, ਤੇ ਬੈਠ ਕੇ ਉੱਥੇ ਫਿਰ ਗੌੜੀ ਰਾਗ ਜਿਹੜਾ ਉਚਾਰਨ ਕੀਤਾ ਹੈ। ਗੌੜੀ ਰਾਗ, ਗੌੜੀ ਮਹੱਲਾ ਪੰਜਵਾਂ ਸ਼ਬਦ ਉਚਾਰਨ ਕੀਤਾ ਮਹਾਰਾਜ ਸੱਚੇ ਪਾਤਸ਼ਾਹ ਨੇ। ਮੋਹਣ ਤੇਰੇ ਉੱਚੇ ਮੰਦਰ ਮਹਿਲ ਅਪਾਰਾ, ਮੋਹਣ ਤੇਰੇ ਸੋਹਣ ਦੁਆਰ ਜੀਓ ਸੰਤ ਧਰਮਸਾਲਾ। ਧਰਮਸਾਲ ਅਪਾਰ ਦਿਆਰ ਠਾਕੁਰ ਸਦਾ ਕੀਰਤਨ ਗਾਵੈ, ਜੈ ਸਾਧ ਸੰਤ ਇਕੱਤਰ ਹੋਵੈ ਤਾਹਾਂ ਤੁਝੇ ਧਿਆਵਹਿ। ਕਰ ਦਇਆ ਮਇਆ ਦਇਆਲ ਸੁਆਮੀ, ਹੋਹੋ ਦੀਨ ਕਿਰਪਾਰਾ। ਬਿਨਵੰਤ ਨਾਨਕ ਦਰਸ ਪਿਆਸੈ, ਮਿਲ ਦਰਸ਼ਨ ਸੁਖ ਸਾਰਾ। ਬਿਨਵੰਤ ਨਾਨਕ ਦਰਸ ਪਿਆਸੈ, ਮਿਲ ਦਰਸ਼ਨ ਸੁਖ ਸਾਰਾ। ਇਹ ਜਦੋਂ ਬਾਣੀ ਦਾ ਕੀਰਤਨ ਕਰਨਾ ਸ਼ੁਰੂ ਕੀਤਾ ਹੈ ਤੇ ਉਸ ਸਮੇਂ ਭਾਈ ਮਨੀ ਸਿੰਘ ਜੀ ਕਹਿੰਦੇ ਆ ਕਿ ਇਹਨਾਂ ਨੇ ਭਾਈ ਮੋਹਨ ਜੀ ਨੇ ਚਵਾਰੇ ਦੀਆਂ ਜਿਹੜੀਆਂ ਉਹ ਪੌੜੀਆਂ ਦੀ ਦਰਵਾਜ਼ਾ ਖੋਲ੍ਹਿਆ ਹੈ। ਜਦੋਂ ਕੰਨਾਂ 'ਚ ਪਹਿਲੀ ਪੌੜੀ ਪਈ, ਫਿਰ ਜਦੋਂ ਦੂਸਰੀ ਪੌੜੀ ਸਤਿਗੁਰਾਂ ਨੇ ਗਾਈ ਹੈ ਤੇ ਉਸ ਸਮੇਂ ਫਿਰ ਦੂਸਰਾ ਦਰਵਾਜ਼ਾ ਖੋਲ੍ਹਿਆ ਪੌੜੀਆਂ ਤੋਂ ਹੇਠਾਂ ਆ ਕੇ। ਫਿਰ ਜਦੋਂ ਤੀਸਰੀ ਪੌੜੀ ਗਾਈ ਹੈ ਤੇ ਇਹਨਾਂ ਨੇ ਜਲਦੀ ਦਰਵਾਜ਼ਾ ਖੋਲ੍ਹਿਆ ਤੇ ਆਣ ਕੇ ਸਤਿਗੁਰਾਂ ਦੇ ਚਰਨੀ ਹੱਥ ਲਾਏ, ਨਮਸਕਾਰ ਕੀਤੀ ਹੈ। ਤੇ ਉਸ ਸਮੇਂ ਗੁਰੂ ਅਰਜਨ ਸਾਹਿਬ ਨੇ ਕਿਹਾ ਕਿ ਤੁਸੀਂ ਤੇ ਵੱਡੇ ਹੋ ਸਾਡੇ ਤੋਂ, ਸਗੋਂ ਸਾਨੂੰ ਤੁਹਾਡੇ ਚਰਨੀ ਹੱਥ ਲਾਉਣਾ ਚਾਹੀਦਾ। ਤੇ ਭਾਈ ਬਾਬਾ ਮੋਹਨ ਜੀ ਨੇ ਕਿਹਾ ਕਿ ਨਹੀਂ ਸਤਿਗੁਰੂ, ਤੁਸੀਂ ਨਾਨਕ ਦੀ ਗੱਦੀ ਤੇ ਮਾਲਕ ਹੋ, ਤੁਸੀਂ ਸਾਡੇ ਤੋਂ ਵੱਡੇ ਹੋ। ਮੈਂ ਆਪਣੇ ਪਿਤਾ ਗੁਰੂ ਅਮਰਦਾਸ ਦਾ ਬਚਨ ਨਹੀਂ ਸੀ ਮੰਨਿਆ, ਤੇ ਮੈਂ ਆਪ ਜੀ ਦੇ ਪਿਤਾ ਦੇ ਅੱਗੇ ਝੁਕਿਆ ਨਹੀਂ ਸੀ, ਨਮਸਕਾਰ ਨਹੀਂ ਸੀ ਕੀਤੀ। ਇਸ ਕਰਕੇ ਮੈਂ ਹੁਣ ਤੁਹਾਡੇ ਅੱਗੇ ਨਮਸਕਾਰ ਕਰਦਾ, ਕਿਰਪਾ ਕਰੋ ਮੈਨੂੰ ਸ਼ਾਂਤੀ ਪ੍ਰਾਪਤ ਹੋਵੇ। ਮੈਂ ਜਪ ਤਪ ਤੇ ਬੜਾ ਕਰਦਾ ਪਰ ਮੈਨੂੰ ਸ਼ਾਂਤੀ ਪ੍ਰਾਪਤ ਨਹੀਂ ਹੁੰਦੀ, ਮੇਰਾ ਮਨ ਨਹੀਂ ਟਿਕਦਾ। ਇਸ ਕਰਕੇ ਮੈਨੂੰ ਆਪਣੇ ਚਰਨਾਂ ਦੇ ਵਿੱਚ ਹੱਥ ਲਾਉਣ ਦਿਓ, ਆਪਣੇ ਚਰਨਾਂ ਤੇ ਮੇਰਾ ਜਿਹੜਾ ਹਿਰਦਾ ਹੈ ਉਹ ਠੰਡਾ ਹੋ ਜਾਵੇ, ਮੇਰਾ ਹਿਰਦਾ ਜਿਹੜਾ ਤਪਦਾ ਉਹਨੂੰ ਸ਼ਾਂਤੀ ਆਵੇ। ਫਿਰ ਸਤਿਗੁਰਾਂ ਨੂੰ ਅੰਦਰ ਲੈ ਕੇ ਗਏ ਬਾਬਾ ਮੋਹਨ ਜੀ। ਅੰਦਰ ਲਿਜਾ ਕੇ ਫਿਰ ਕਿਹਾ ਕਿ ਹਾਂਜੀ ਦੱਸੋ ਤੁਹਾਡੀ ਕੀ ਹੁਕਮ ਹੈ ਤੁਹਾਡਾ। ਤੇ ਸਤਿਗੁਰਾਂ ਨੇ ਕਿਹਾ ਬੇਨਤੀ ਹੈ ਕਿ ਜਿਹੜੀ ਵੱਡੇ ਸਤਿਗੁਰਾਂ ਦੀ ਬਾਣੀ ਗੁਰੂ ਨਾਨਕ ਸਾਹਿਬ ਦੀ ਤੇ ਹੋਰ ਗੁਰੂ ਅਮਰਦਾਸ ਜੀ ਤੱਕ ਤਿੰਨਾਂ ਗੁਰੂਆਂ ਦੀ ਬਾਣੀ ਹੈ ਤੇ ਭਗਤਾਂ ਦੀ ਬਾਣੀ ਜਿਹੜੀਆਂ ਪੋਥੀਆਂ ਨੂੰ ਸਾਨੂੰ ਦੇ ਦਿਓ। ਅਸੀਂ ਇੱਕ ਗ੍ਰੰਥ ਜਿਹੜਾ ਉਹ ਰਚਣ ਲੱਗੇ ਹਾਂ ਤੇ ਉਹ ਗ੍ਰੰਥ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਸਭ ਸਿੱਖਾਂ ਦੇ ਲਈ ਬੜਾ ਸਹਾਈ ਹੋਵੇਗਾ। ਤੇ ਉਸ ਸਮੇਂ ਬਾਬਾ ਮੋਹਨ ਜੀ ਨੇ ਕਿਹਾ ਕਿ ਬੜਾ ਉੱਤਮ ਵਿਚਾਰ ਹੈ ਤੁਹਾਡਾ। ਪੋਥੀਆਂ ਦੇ ਦਿੱਤੀਆਂ ਹਨ ਤੇ ਸਤਿਗੁਰੂ ਇਸ ਜਗ੍ਹਾ ਦੇ ਉੱਤੇ ਲੈ ਆਏ ਆ, ਰਾਮਸਰ ਦੀ ਜਗ੍ਹਾ ਦੇ ਉੱਤੇ ਪੋਥੀਆਂ ਲੈ ਆਏ ਆ। ਉਸੇ ਸਮੇਂ ਭਾਈ ਜਵੰਦਾ, ਜਗਸੀ, ਸੇਠ ਤਲੋਕਾ ਤੇ ਇਹ ਸਾਰੇ ਦਰਸ਼ਨ ਕਰਨ ਆਏ ਸਤਿਗੁਰਾਂ ਦੇ। ਭਾਈ ਜਵੰਦਾ, ਜਰਸੀ, ਸੇਠ ਤੇ ਤਲੋਕਾ ਫਤਿਹਪੁਰ ਦੇ ਰਹਿਣ ਵਾਲੇ, ਇਹ ਤਿੰਨੇ ਜਾਣੇ ਆਏ ਸਤਿਗੁਰਾਂ ਦੇ ਦਰਸ਼ਨਾਂ ਨੂੰ। ਤੇ ਇਹਨਾਂ ਨੇ ਅਰਦਾਸ ਕੀਤੀ ਸੱਚੇ ਪਾਤਸ਼ਾਹ ਕਿ ਭਗਤ ਪਹਿਲੋਂ ਹੀ ਸੀ ਕਿ ਹੁਣ ਵੀ ਕੋਈ ਭਗਤ ਹੈਗਾ।
ਮਹਾਰਾਜ ਨੇ ਕਿਹਾ ਕਿ ਭਾਈ ਸਿੱਖੋ ਭਗਤ ਤੇ ਜੁਗਾਂ ਜੁਗਾਂ ਤੋਂ ਆ। ਇਹ ਨਹੀਂ ਕਿ ਹੁੰਦਾ ਕਿ ਜੇ ਪਰਮੇਸ਼ਰ ਹੈ ਤੇ ਉਹਦੇ ਭਗਤ ਵੀ ਬੜੇ ਹਨ। ਮਹਾਰਾਜ ਹੁਣ ਵੀ ਭਗਤ ਹੈਗੇ ਆ। ਕਹਿੰਦੇ ਹਾਂ, ਸਤਿਗੁਰ ਕਹਿੰਦੇ ਹਾਂ ਭਾਈ ਭਗਤ ਹੈਗੇ ਆ। ਤੇ ਸਤਿਗੁਰਾਂ ਨੂੰ ਇਹਨਾਂ ਨੇ ਕਿਹਾ ਕਿ ਮਹਾਰਾਜ ਤੁਸੀਂ ਜਿਹੜੇ ਬੀਤ ਚੁੱਕੇ ਆ ਭਗਤ, ਉਹਨਾਂ ਦੀ ਬਾਣੀ ਵਿੱਚ ਲਿਖਣ ਲੱਗੇ ਹੋ, ਤੇ ਕੋਈ ਹੁਣ ਦੇ ਭਗਤ ਹੋਣ ਉਹਨਾਂ ਦੀ ਬਾਣੀ ਵੀ ਲਿਖੋ। ਸਤਿਗੁਰ ਕਹਿੰਦੇ ਭਾਈ ਇਹ ਜਿਹੜੀ ਬਾਣੀ ਹੈ ਨਾ, ਇਹ ਜਿਹੜੀ ਸ਼ਬਦ ਦੀ ਵਿਚਾਰ ਨਾਲ, ਜਿਹੜੀ ਗੁਰਮਤਿ ਦੇ ਨਾਲ ਸਾਂਝ ਪਾਉਂਦੀ ਆ, ਉਹ ਬਾਣੀ ਅਸੀਂ ਰਚਣ ਲੱਗੇ ਆ। ਤੇ ਜੇ ਤੁਸੀਂ ਕਹਿੰਦੇ ਹੋ ਕਿ ਭਗਤ ਹੋਰ ਵੀ ਹੈਗੇ ਆ, ਤੇ ਜੇ ਉਹ ਆ ਜਾਣਗੇ ਤੇ ਅਸੀਂ ਉਹਨਾਂ ਨੂੰ ਵੀ ਪੁੱਛ ਲਾਂਗੇ ਭਾਈ ਉਹਨਾਂ ਦੀ ਬਾਣੀ ਗੁਰਮਤਿ ਦੇ ਨਾਲ ਮੇਲ ਖਾਂਦੀ ਹੈ ਕਿ ਨਹੀਂ। ਤੇ ਜਦੋਂ ਇਹ ਗੱਲ ਲਾਹੌਰ 'ਤੇ ਬੈਠੇ ਜਿਹੜੇ ਉਸ ਸਮੇਂ ਦੇ ਭਗਤ ਸਨ, ਪੀਲੂ, ਸ਼ਾਹ ਹੁਸੈਨ, ਛੱਜੂ, ਕਾਨਾ, ਇਹ ਲਾਹੌਰ 'ਚ ਬੈਠੇ ਸਨ। ਇਹਨਾਂ ਨੂੰ ਪਤਾ ਲੱਗਾ ਕਿ ਗੁਰੂ ਨਾਨਕ ਸਾਹਿਬ ਦਾ ਜਿਹੜਾ ਪੰਜਵਾਂ ਸਰੂਪ ਗੁਰੂ ਅਰਜਨ ਸਾਹਿਬ ਹਨ, ਉਹ ਬਾਣੀ ਰਚਣ ਲੱਗੇ ਆ। ਇਹਨਾਂ ਨੇ ਫਿਰ ਉਸੇ ਵੇਲੇ ਜਲਦੀ ਜਲਦੀ ਤਿਆਰੀ ਕੀਤੀ ਹੈ ਤੇ ਅੰਮ੍ਰਿਤਸਰ ਦੀ ਧਰਤੀ ਆਏ। ਕਿਉਂਕਿ ਆਪਾਂ ਹੁਣੇ ਇਸ ਸਾਰੀ ਪੌੜੀ ਤੋਂ ਤੇ ਪਿਛਲੀਆਂ ਪੌੜੀਆਂ ਤੋਂ ਪਤਾ ਲੱਗਦਾ ਕਿ ਗੁਰੂ ਅਰਜਨ ਦੇਵ ਜੀ ਦੇ ਸਮੇਂ ਸਿੱਖੀ ਦੀ ਬੜੀ ਮਹਾਨਤਾ ਸੀ। ਜਿਵੇਂ ਹੁਣੇ ਆਪਾਂ ਗੱਲ ਕੀਤੀ ਪੰਜਾਬੇ ਗੁਰ ਦੀ ਵਡਿਆਈ, ਤੇ ਉਹ ਅੱਜ ਵੀ ਪੌੜੀ 'ਚ ਸਤਿਗੁਰਾਂ ਵਾਹਿਗੁਰੂ ਭਾਈ ਗੁਰਦਾਸ ਜੀ ਨੇ ਕਿਹਾ ਕਿ ਸਤਿਗੁਰੂ ਦੀ ਵੱਡੀ ਵਡਿਆਈ, ਭਾਵ ਕਿ ਉਸ ਸਮੇਂ ਸਤਿਗੁਰਾਂ ਦੀ ਬੜੀ ਵੱਡੀ ਵਡਿਆਈ ਸੀ। ਇਸ ਕਰਕੇ ਇਹ ਜਿਹੜੇ ਭਗਤ ਸਨ ਉਸ ਸਮੇਂ ਦੇ, ਇਹ ਆਏ ਕਿ ਕੀ ਪਤਾ ਸਾਡੀ ਬਾਣੀ ਜੇ ਇਸ ਗ੍ਰੰਥ ਦੇ ਵਿੱਚ ਦਰਜ ਹੋ ਗਈ ਤੇ ਅਸੀਂ ਮੁਕਤ ਹੋ ਜਾਵਾਂਗੇ। ਇਹ ਸਤਿਗੁਰਾਂ ਦੇ ਹਜ਼ੂਰ ਆਏ ਗੁਰੂ ਅਰਜਨ ਸਾਹਿਬ ਦੇ, ਨਮਸਕਾਰ ਕੀਤੀ ਆ। ਤੇ ਸਭ ਤੋਂ ਪਹਿਲਾਂ ਕਾਨਾ ਕਹਿੰਦਾ ਜੀ ਮੇਰੀ ਬਾਣੀ ਵਿੱਚ ਦਰਜ ਕਰੋ। ਸਤਿਗੁਰ ਕਹਿੰਦੇ ਆ ਕਿ ਭਾਈ ਠੀਕ ਹੈ, ਤੂੰ ਦੱਸ ਤੂੰ ਕੀ ਗਾਉਣਾ ਹੈ, ਕੀ ਬੋਲੇਗਾ, ਜੋ ਗਾਵੇਂਗਾ ਤੇ ਉਹੋ ਹੀ ਆਪਾਂ ਲਿਖ ਦੇਵਾਂਗੇ। ਜੇ ਤੇਰੀ ਬਾਣੀ ਸਾਡੇ ਨਾਲ ਮੇਲ ਖਾਂਦੀ ਹੋਈ, ਜੇ ਗੁਰਮਤਿ ਦੇ ਆਧਾਰ ਦੇ ਉੱਤੇ ਖਰੀ ਉਤਰਦੀ ਹੋਈ ਬਾਣੀ, ਤੇ ਉਹ ਅਸੀਂ ਲਿਖ ਦੇਵਾਂਗੇ। ਇਹ ਫਿਰ ਜੋਗੀ ਸੀ, ਇਹਨੇ ਫਿਰ ਉਚਾਰਨ ਕੀਤਾ, ਉਹੀ ਰੇ ਮੈਂ ਉਹੀ, ਜਾ ਕੋ ਵੇਦ ਪੁਰਾਣ ਸਭ ਗਾਵੈ, ਖੋਜਤ ਖੋਜ ਨਾ ਕੋਈ ਰੇ, ਜਾ ਕੋ ਨਾਰਦ ਸਾਰਦ ਸੇਵੈ, ਸੇਵੈ ਦੇਵੀ ਦੇਵਾ ਰੇ, ਬ੍ਰਹਮੇ ਵਿਸ਼ਨ ਮਹੇਸ਼ ਰਾਧੇ, ਸਭ ਕਰਦੇ ਜਾ ਕੀ ਸੇਵਾ ਰੇ। ਤੇ ਸਤਿਗੁਰਾਂ ਨੇ ਬਚਨ ਕੀਤਾ ਕਿ ਭਾਈ ਸਮਾਂ ਕਲਯੁਗ ਦਾ ਹੈ, ਇੱਥੇ ਇਸ ਤਰ੍ਹਾਂ ਗੱਲ ਨਹੀਂ ਬਣਨੀ, ਉਹੀ ਰੇ ਮੈਂ ਉਹੀ ਨਾਲ ਗੱਲ ਨਹੀਂ ਬਣਨੀ, ਇੱਥੇ ਬਦਲ ਦੀ ਗੱਲ ਹੈ। ਇੱਥੇ ਹਰ ਰੋਜ਼ ਬਦਲਣਾ ਹੈ। ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਏ। ਸਤਿਗੁਰਾਂ ਨੇ ਕਿਹਾ ਇੱਥੇ ਉਹੀ ਰਹਿਣ ਵਾਲੀ ਗੱਲ ਨਹੀਂ, ਇੱਥੇ ਬਦਲਣ ਦੀ ਗੱਲ ਹੈ। ਵਿਕਾਰਾਂ ਤੋਂ ਬਦਲ ਕੇ ਗੁਰਮੁਖ ਹੋਣਾ ਸਾਡੀ ਸਿੱਖੀ ਨੇ ਪ੍ਰਵਾਨ ਕੀਤਾ। ਤੇਰੀ ਬਾਣੀ ਦਰਜ ਨਹੀਂ ਹੋ ਸਕਦੀ। ਇਹਨੇ ਬੜੇ ਮਾੜੇ ਬਚਨ ਕਹੇ ਕਾਨੇ ਨੇ। ਇਹਨੇ ਇੱਥੋਂ ਤੱਕ ਕਹਿ ਦਿੱਤਾ ਕਿ ਮੈਂ ਤੁਹਾਨੂੰ ਸ਼ਰਾਪ ਦੇਵਾਂਗਾ ਕਿ ਤੁਹਾਡਾ ਸਰੀਰ ਜਿਹੜਾ ਉਹ ਨਾਸ਼ ਹੋ ਜਾਵੇ। ਤੇ ਸਤਿਗੁਰਾਂ ਨੇ ਕਿਹਾ ਸਰੀਰ ਤੇ ਭਾਈ ਨਾਸ਼ ਹੀ ਹੋਣਾ ਹੈ, ਅੱਜ ਨਹੀਂ ਤੇ ਕੱਲ ਨੂੰ ਹੋ ਜਾਏਗਾ। ਏਡੀ ਕਿਹੜੀ ਗੱਲ ਹੈ, ਸਰੀਰ ਨਾਲ ਸਾਡਾ ਥੋੜੀ ਹੈ, ਗੱਲ ਤੇ ਆਤਮਾ ਦੀ ਹੈ। ਸਾਡੀ ਆਤਮਾ ਪਵਿੱਤਰ ਰਹੇਗੀ ਜੇ ਅਸੀਂ ਤੇਰੀ ਬਾਣੀ ਨਾ ਦਰਜ ਕੀਤੀ। ਜੇ ਤੇਰੀ ਬਾਣੀ ਦਰਜ ਕਰ ਲਈ ਤੇ ਫਿਰ ਸਾਨੂੰ ਵੱਡੇ ਸਤਿਗੁਰਾਂ ਨੇ ਮਾਫ ਨਹੀਂ ਕਰਨਾ, ਨਾ ਹੀ ਸਾਨੂੰ ਪਰਮੇਸ਼ਰ ਨੇ ਮਾਫ ਕਰਨਾ ਹੈ। ਫਿਰ ਉਸ ਤੋਂ ਬਾਅਦ ਗੱਲ ਹੋਈ ਆ ਵਾਹਿਗੁਰੂ ਬਚਨ ਹੋਇਆ ਸਤਿਗੁਰਾਂ ਦਾ ਕਿ ਭਾਈ ਇਹ ਸਰੀਰ ਜਿਹੜਾ ਇਹ ਤੇ ਖਤਮ ਹੋਣ ਵਾਲਾ ਹੈ। ਫਿਰ ਅੱਗੇ ਛੱਜੂ ਬੋਲਿਆ, ਛੱਜੂ ਦੀ ਬਾਣੀ। ਛੱਜੂ ਨੂੰ ਸਤਿਗੁਰਾਂ ਨੇ ਕਿਹਾ ਭਾਈ ਤੂੰ ਕੀ ਲੈ ਕੇ ਆਇਆ, ਤੂੰ ਬੋਲ। ਇਹਨੇ ਕਿਹਾ ਕਾਗਦ ਸੰਧੀ ਪੁੱਤਰੀ, ਤਉ ਨਾ ਤ੍ਰਿਆ ਨਿਹਾਰ, ਇਉਂ ਹੀ ਮਾਰ ਲੈ ਜਾਏਗੀ ਜਿਉਂ ਬਲੋਚਾਂ ਦੀ ਤਾੜ। ਇਹਨੇ ਔਰਤ ਬਾਰੇ ਮਾੜਾ ਕਿਹਾ ਕਿ ਔਰਤ ਕਾਗਜ਼ ਦੀ ਵੀ ਹੋਵੇ, ਉਹਨੂੰ ਵੀ ਨਿਹਾਰਨਾ ਨਹੀਂ ਚਾਹੀਦਾ, ਉਹਨੂੰ ਵੀ ਦੇਖਣਾ ਨਹੀਂ ਚਾਹੀਦਾ। ਇਹ ਮਾਰ ਕੇ ਲੈ ਜਾਵੇਗੀ ਜਿਵੇਂ ਧਾੜ ਵੀ ਆ ਕੇ ਮਾਰ ਕੇ ਲੈ ਜਾਂਦੇ ਆ। ਤੇ ਸਤਿਗੁਰਾਂ ਨੇ ਕਿਹਾ ਭਾਈ ਤੇਰੀ ਬਾਣੀ ਵੀ ਦਰਜ ਨਹੀਂ ਹੋ ਸਕਦੀ। ਕਹਿੰਦੇ ਕਿਉਂ? ਕਹਿੰਦੇ ਇਹ ਤੇ ਜਿਹੜਾ ਸਿੱਖੀ ਧਰਮ ਹੈ ਗ੍ਰਸਥ ਧਰਮ ਹੈ, ਇਹਦੇ ਵਿੱਚ ਪੁੱਤਰ ਕਲੱਤਰ ਵਿੱਚ ਹੈ ਗੱਤ ਪਾਈ। ਇਹ ਤਾਂ ਸਾਡੀ ਬਾਣੀ ਦਾ ਇਹ ਉਪਦੇਸ਼ ਹੈ ਕਿ ਆਪਣੀ ਪਤਨੀ ਦੇ ਨਾਲ, ਆਪਣੇ ਪੁੱਤਰਿਆਂ ਦੇ ਨਾਲ ਤੁਹਾਡੀ ਕਲਿਆਣ ਹੋ ਸਕਦੀ ਹੈ। ਇਸ ਕਰਕੇ ਔਰਤ ਨੂੰ ਤੂੰ ਮਾੜਾ ਕਿਹਾ ਹੈ ਭਾਈ, ਤੇਰੀ ਬਾਣੀ ਵੀ ਇਹਦੇ ਵਿੱਚ ਦਰਜ ਨਹੀਂ ਹੋ ਸਕਦੀ। ਛੱਜੂ ਵੀ ਫਿਰ ਬੜਾ ਨਿਰਾਸ਼ ਹੋਇਆ। ਫਿਰ ਉਸ ਤੋਂ ਬਾਅਦ ਅੱਗੇ ਪੀਲੂ ਉੱਠਿਆ। ਪੀਲੂ ਕਹਿੰਦਾ ਜੀ ਫਿਰ ਮੇਰੀ ਬਾਣੀ ਦਰਜ ਕਰ ਲਓ। ਸਤਿਗੁਰੂ ਕਹਿੰਦੇ ਭਾਈ ਤੂੰ ਵੀ ਸੁਣਾ। ਇਹਨੇ ਪੀਲੂ ਨੇ ਕਿਹਾ ਹੈ ਪੀਲੂ ਅਸਾਂ ਨਾਲੋਂ ਸੇ ਭਲੇ, ਜੰਮਦਿਆਂ ਜੋ ਮੁਏ, ਉਹਨਾਂ ਚਿੱਕੜ ਪਾਵ ਨਾ ਡੋਬਿਆ, ਨਾ ਅਲੂਦ ਭਏ। ਇਹਨੇ ਕਿਹਾ ਹੈ ਕਿ ਭਾਈ ਸਾਡਿਆਂ ਨਾਲ ਤੇ ਉਹ ਜਿਹੜੇ ਜੰਮਦੇ ਮਰ ਗਏ ਨਾ ਉਹ ਚੰਗੇ ਆ, ਜਿਨ੍ਹਾਂ ਨੂੰ ਸੰਸਾਰ ਦੀ ਮਾਇਆ ਨਹੀਂ ਵਿਆਪੀ। ਤੇ ਸਤਿਗੁਰਾਂ ਨੇ ਕਿਹਾ ਭਾਈ ਜੰਮਣ ਮਰਨਾ ਹੁਕਮ ਹੈ, ਭਾਣੇ ਆਵੇ ਜਾਏ, ਦੁੱਖ ਸੁੱਖ ਸੰਸਾਰ ਦੇ ਨਾਲ ਹੈ, ਇੱਥੇ ਰਹਿ ਕੇ ਭਗਤੀ ਕਰਨਾ ਜਿਹੜਾ ਜ਼ਰੂਰੀ ਆ। ਜੇ ਪਰਮੇਸ਼ਰ ਨੇ ਜਨਮ ਦੇ ਹੀ ਦਿੱਤਾ ਤੇ ਜੇ ਇਹੀ ਵਿਚਾਰੀ ਗਏ ਕਿ ਮਾਇਆ ਨਾ ਵਿਆਪੇ, ਇਹ ਤੇ ਤੂੰ ਆਪਣੀ ਬਿਲਕੁਲ ਗੁਰਮਤਿ ਦੇ ਵਿਰੋਧੀ ਗੱਲ ਕੀਤੀ ਹੈ।
ਇਹ ਤੇ ਇਹ ਇਸ ਤਰ੍ਹਾਂ ਦਾ ਜੀਵਨ ਹੈ ਕਿ ਇਸ ਜੀਵਨ ਦੇ ਵਿੱਚ ਆਣ ਕੇ ਮਾਇਆ ਦੇ ਵਿੱਚ ਵੀ ਰਹਿਣਾ ਹੈ ਤੇ ਉਸ ਮਾਇਆ ਤੋਂ ਉਦਾਸ ਵੀ ਰਹਿਣਾ ਹੈ। ਪਰ ਜਿਹੜੀ ਗੱਲ ਤੂੰ ਕਹਿਣਾ ਕਿ ਜੰਮਦਿਆਂ ਨਾਲੋਂ ਜਿਹੜੇ ਜੰਮਦੇ ਮਰ ਗਏ ਉਹ ਚੰਗੇ, ਇਹ ਗੱਲ ਨਹੀਂ ਇੱਥੇ ਬਣਦੀ। ਫਿਰ ਉਸ ਤੋਂ ਬਾਅਦ ਸਾਹ ਹੁਸੈਨ ਬੋਲਿਆ ਹੈ। ਸਾਹ ਹੁਸੈਨ ਨੂੰ ਸਤਿਗੁਰਾਂ ਨੇ ਕਿਹਾ ਤੂੰ ਦੱਸ ਤੂੰ ਕੀ ਲੈ ਕੇ ਆਇਆ। ਸ਼ਾਹ ਹੁਸੈਨ ਬੋਲਿਆ ਹੈ, ਕਹਿੰਦਾ ਚੁੱਪ ਦੀ ਨਹੀਂ ਜਾਏ ਵੇ ਅੜਿਆ, ਚੁੱਪ ਵੇ ਅੜਿਆ, ਚੁੱਪ ਵੇ ਅੜਿਆ। ਇਹਨੇ ਜਦੋਂ ਇਹ ਗੱਲ ਕਹੀ ਸਤਿਗੁਰ ਕਹਿੰਦੇ ਫਿਰ ਚੁੱਪ ਕਰ ਜਾ ਤੂੰ। ਗੁਰੂ ਅਰਜਨ ਸਾਹਿਬ ਕਹਿੰਦੇ ਚੁੱਪ ਕਰ ਜਾ ਭਾਈ, ਇਹ ਜਿਹੜਾ ਸਿੱਖੀ ਧਰਮ ਹੈ ਨਾ, ਇਹ ਜਿਹੜਾ ਸਿੱਖੀ ਧਰਮ ਹੈ, ਇਹ ਗੁਰਮਤ ਜਿਹੜੀ ਹੈ ਇਹ ਚੁੱਪ ਕਰਨ ਲਈ ਨਹੀਂ ਕਹਿੰਦੀ, ਇਹ ਤੇ ਕਹਿੰਦੀ ਬੋਲ ਸੁਧਰਮੀੜਿਆ ਮੋਹਣ ਕਤ ਧਾਰੀ ਰਾਮ। ਕਿਉਂ ਚੁੱਪ ਬੈਠਾ ਹੈ? ਬੋਲ, ਜਿੰਨਾ ਚਿਰ ਤੇਰੇ ਅੰਦਰ ਸਵਾਸ ਹਨ ਬੋਲ, ਵਿਚਾਰ ਕਰ, ਚਰਚਾ ਕਰ, ਸਿਮਰ ਉਸ ਪਰਮੇਸ਼ਰ ਨੂੰ। ਪਰ ਤੂੰ ਤੇ ਕਹਿਣਾ ਚੁੱਪ ਵੇੜਿਆ ਚੁੱਪ। ਭਾਈ ਤੁਹਾਡੀ ਬਾਣੀ ਜਿਹੜੀ ਉਹ ਨਹੀਂ ਦਰਜ ਹੋ ਸਕਦੀ। ਇਸ ਤਰ੍ਹਾਂ ਫਿਰ ਇਹ ਜਿਹੜੇ ਆਏ ਸਨ ਇਹਨਾਂ ਦੀ ਬਾਣੀ ਸਤਿਗੁਰਾਂ ਨੇ ਦਰਜ ਨਹੀਂ ਕੀਤੀ। ਉਪਰੰਤ ਫਿਰ ਸਤਿਗੁਰਾਂ ਨੇ ਇਹ ਜਿਹੜਾ ਜਹਾਜ਼ ਬਣਾ ਕੇ, ਜੋ ਗੁਰਬਾਣੀ ਦਾ ਜਹਾਜ਼ ਹੈ, ਆਪਾਂ ਪਿਛਲੇ ਦਿਨਾਂ 'ਚ ਵੀ ਵਿਚਾਰ ਕੀਤੀ ਹੈ ਸਮੁੱਚੀ ਬਾਣੀ ਦੀ। ਇਸ ਤਰ੍ਹਾਂ ਸਤਿਗੁਰਾਂ ਨੇ ਵੱਡਾ ਸਾਰਾ ਜੋ ਜਹਾਜ਼ ਬਣਾ ਕੇ ਸਾਨੂੰ ਗੁਰੂ ਗ੍ਰੰਥ ਸਾਹਿਬ ਦਿੱਤਾ ਹੈ, ਜਿਨ੍ਹਾਂ ਦੇ ਅੱਗੇ ਅਸੀਂ ਝੁੱਕ ਕੇ ਨਮਸਕਾਰਾਂ ਕਰਦੇ ਹਾਂ, ਜਿਨ੍ਹਾਂ ਤੋਂ ਸਾਨੂੰ ਸਾਰੀਆਂ ਸੰਸਾਰੀ ਦਾਤਾਂ ਵੀ ਪ੍ਰਾਪਤ ਹੁੰਦੀਆਂ, ਜਿਨ੍ਹਾਂ ਤੋਂ ਸਾਨੂੰ ਸਾਰੀਆਂ ਅਧਿਆਤਮਿਕ ਦਾਤਾਂ ਵੀ ਪ੍ਰਾਪਤ ਹੁੰਦੀਆਂ, ਜੋ ਸਾਡੇ ਹਾਜ਼ਰ ਨਾਜ਼ਰ ਗੁਰੂ ਹਨ, ਜਿਨ੍ਹਾਂ ਦੇ ਹਜ਼ੂਰ ਅਸੀਂ ਝੁਕਦੇ ਹਾਂ, ਜਿਨ੍ਹਾਂ ਦਾ ਦਿੱਤਾ ਅਸੀਂ ਖਾਂਦੇ ਹਾਂ, ਉਹਨਾਂ ਨੂੰ ਨਮਸਕਾਰ ਕਰਦੇ ਹਾਂ। ਸੋ ਅੱਜ ਦੀ ਇਹ ਪੌੜੀ 26ਵੀਂ ਪੌੜੀ ਦੇ ਜਿਹੜੇ ਸਿੱਖ ਸਨ ਉਹਨਾਂ ਦੀ ਆਪਾਂ ਵਿਚਾਰ ਕੀਤੀ ਹੈ ਕਿ ਕਿਵੇਂ ਕਿਵੇਂ ਉਹ ਸਤਿਗੁਰਾਂ ਦੇ ਹਜ਼ੂਰ ਆਏ, ਕਿਵੇਂ ਕਿਵੇਂ ਉਹਨਾਂ ਦੀ ਕਲਿਆਣ ਹੋਈ। ਸੋ ਸਾਧ ਸੰਗਤ ਇੱਥੇ ਹੀ ਆਪਾਂ ਸਮਾਪਤੀ ਕਰਦੇ ਹਾਂ, ਸਮਾਂ ਹੋ ਚੁੱਕਾ ਹੈ। ਸੋ ਆਪ ਜੀ ਨੇ ਜੇ ਕਿਸੇ ਨੇ ਕੁਝ ਪੁੱਛਣਾ ਹੈ ਤੇ ਆਪਣਾ ਮਾਈਕ ਔਨ ਕਰਕੇ ਆਪ ਜੀ ਪੁੱਛ ਸਕਦੇ ਹੋ। ਹਾਂਜੀ ਵਾਹਿਗੁਰੂ। ਵਾਹਿਗੁਰੂ। ਠੀਕ ਹੈ ਵਾਹਿਗੁਰੂ ਜੀ, ਫਿਰ ਸਮਾਪਤੀ ਕਰੀਏ। ਆਪ ਸਭ ਸੰਗਤ ਦਾ ਬਹੁਤ ਬਹੁਤ ਧੰਨਵਾਦ। ਅੱਜ ਜਾਪ ਸਾਹਿਬ ਦੀ ਸ਼ਾਮ ਨੂੰ ਸੰਥਿਆ ਸੰਪੂਰਨ ਹੋ ਜਾਣੀ ਹੈ। ਕੱਲ੍ਹ ਤੋਂ ਆਪਾਂ ਸ਼੍ਰੀ ਸੁਖਮਨੀ ਸਾਹਿਬ ਦੀ ਜਿਹੜੀ ਸੰਥਿਆ ਤੇ ਵਿਚਾਰ ਆਰੰਭ ਕਰਨੀ ਹੈ। ਇਸੇ ਤਰ੍ਹਾਂ ਆਪ ਜੀ ਨੇ ਜੁੜਦੇ ਰਹਿਣਾ। ਸੋ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।